ਸਰ ਜੀ ਇਹ ਵੈਸੇ ਤੁਹਾਡਾ ਪਿਆਰ ਹੈਗਾ ਵਾ। ਕਿਹੜੇ ਐਸੇ ਕੰਮ ਨੇ ਕਿ ਜਿਹੜੇ ਅੱਲਾ ਖੈਰ ਕਰੇ, ਖਰੀਅਤ ਹੀ ਸੀ? ਜੀ ਜੀ ਖੈਰੀਅਤ ਹੀ ਹੈ ਸਰ ਜੀ। ਸਰ ਜੀ ਸੈਰ ਕਰਨ ਗਿਆ ਸੀ। ਸਹੀ ਜੀ। ਉਹ ਹੈ ਵੀ ਕਿ ਟਾਈਮ ਚ ਕੱਢ ਕੇ ਥੋੜਾ ਬਹੁਤ ਟਾਈਮ, ਭਾਵੇਂ ਕੋਈ 15-20 ਮਿੰਟ ਹੀ ਕਿਉਂ ਨਾ, ਉਹ ਆਇਆ ਕਰੋ। ਉਹ ਹੈ ਵੀ ਕਿ ਇੱਕ ਬਚ ਰਹਿੰਦੀ ਇੱਕ ਚੀਜ਼। ਜੀ ਸਰ ਜੀ ਇਨਸ਼ਾਅੱਲਾ। ਹਾਂ, ਥੋੜਾ ਬਹੁਤ ਹੋਣਾ ਚਾਹੀਦਾ ਮੁਸਲਸਲ। ਸ਼ਾਹ ਜੀ ਹਾਂਜੀ, ਡਿਸਕਸ ਹੋ ਰਿਹਾ ਸੀ ਕਿ ਸ਼ਾਹ ਜੀ ਨੇ ਵੱਡੇ ਮਿਰਜ਼ੇ ਨੂੰ ਸੀਨੀਅਰ ਦਜਾਲ ਕਿਉਂ ਕਿਹਾ, ਵਜੂਹਾਤ ਕੀ ਨੇ? ਉਹ ਵਜੂਹਾਤ ਤੇ ਇਹ ਨੇ ਕਿ ਸੀਨੀਅਰ ਮਿਰਜ਼ਾ ਮਤਲਬ ਹੈ ਕਿ ਜੋ ਅਕੀਦਾ ਨਜ਼ਰੀਆ ਵੱਡੇ ਮਿਰਜ਼ੇ ਦਾ ਹੈ, ਉਹੀ ਅਕੀਦਾ ਤੇ ਨਜ਼ਰੀਆ ਛੋਟੇ ਮਿਰਜ਼ੇ ਦਾ। ਸ਼ਾਹ ਜੀ ਤੇ ਦੋਵਾਂ ਤਿੰਨਾਂ ਭਾਈਆਂ ਨੇ ਆਪਣੀ ਆਪਣੀ ਰਾਏ ਦਿੱਤੀ। ਉਹਦਾ ਜਿਹੜਾ ਲੁਬਿਲ ਬਾਬ ਇਹ ਸੀ ਕਿ ਵੱਡਾ ਦਜਾਲ ਯਾਨੀ ਸੀਨੀਅਰ ਦਜਾਲ ਵੱਡੇ ਮਿਰਜ਼ੇ ਨੂੰ ਇਸ ਵਾਸਤੇ ਸ਼ਾਹ ਜੀ ਨੇ ਕਿਹਾ ਸੀ ਕਿ ਦਜਾਲੇ ਮਸੀਹ ਜਿਹੜਾ ਹਜ਼ਰਤ ਈਸਾ ਇਬਨ ਮਰੀਮ ਦੇ ਮੁਕਾਬਲ ਤੇ ਆਏਗਾ, ਉਹ ਵੀ ਦਜਾਲ ਕੁਰਾਨ ਹਦੀਸ ਦੇ ਵਿੱਚ ਉਹ ਤਾਰੀਫਾਤੇ ਮਾਨਵੀ ਨਹੀਂ ਕਰੇਗਾ ਜਿਹੜਾ ਇਹ ਮਿਰਜ਼ਾ ਕਾਦੀਆਨੀ ਕਰ ਗਿਆ। ਜੀ ਹਾਂ, ਜੀ ਹਾਂ, ਇਸ ਵਾਸਤੇ ਇਹਨੂੰ ਸੀਨੀਅਰ ਦਜਾਲ ਕਿਹਾ ਜਾਂਦਾ। ਜੀ ਹਾਂ, ਜੀ। ਤੇ ਛੋਟਾ ਦਜਾਲ ਯਾਨੀ ਜੂਨੀਅਰ ਦਜਾਲ ਯਾਨੀ ਛੋਟਾ ਮਿਰਜ਼ਾ ਅਜੇ ਤੱਕ ਉੱਥੋਂ ਤੱਕ ਨਹੀਂ ਪਹੁੰਚਿਆ, ਉਹ ਇਹ ਸੀੜੀਆਂ ਚੜ੍ਹਨ ਡਿਆ। ਉਹ ਨਹੀਂ, ਉਹ ਬੜੀ ਦੂਰ ਪਹੁੰਚ ਗਿਆ ਹੈ। ਹਾਂਜੀ, ਮਤਲਬ ਉਹ ਨਾ, ਮੈਂ ਹਜੇ ਹੁਣ ਥੋੜੀ ਦੇਰ ਪਹਿਲੇ ਵੀਡੀਓ ਇਹ ਪਤਾ ਨਹੀਂ ਕਿੰਨੇ ਅਪਲੋਡ ਕੀਤੀ ਹੈ, ਪਤਾ ਨਹੀਂ ਆਸਫ ਨੇ ਕੀਤੀ ਜਾਂ ਕਿਸੇ ਮੁੰਡੇ ਨੇ ਕੀਤੀ ਸੀ। ਉਹ ਆਂਦਾ ਮੈਂ ਅਗਰ ਹਜ਼ੂਰ ਅਲੈਹਿਸਲਾਮ ਦੇ ਦੌਰ ਚ ਹੁੰਦਾ ਤੇ ਮੈਂ ਜਾਂ ਅਬੂ ਬਕਰ ਸਦੀਕ ਹੋਣਾ ਸੀ ਜਾਂ ਉਮਰੇ ਫਾਰੂਕ ਹੋਣਾ ਸੀ। ਤੇ ਓਏ ਹੋਏ, ਮੈਂ ਯਕੀਨ ਜੱਪੇ ਅੱਲਾ ਦੀ ਕਸਮ ਮੈਂ ਨਵਾਂ ਯਾਰ, ਉਹ ਤੇ ਚਲੋ 1400 ਸਾਲ ਪਹਿਲੇ ਦੇ ਸਾਡੇ ਬਾਬੇ ਨੇ, ਉਹ ਤੇ ਬਹੁਤ, ਉਹ ਅੱਜ ਦੇ ਨੇ ਨਾ ਜਿਹੜੇ ਅੱਜ ਦੇ ਜਿਹੜੇ ਮੌਜੂਦ ਜ਼ਿੰਦਾ ਨੇ, ਉਹਨਾਂ ਦੀ ਪੈਰਾਂ ਦੀ ਖਾਕ ਵੀ ਨਹੀਂ ਅਸੀਂ ਹੈ ਆਪਣੇ ਆਪ ਨੂੰ ਅਗਰ ਕਹੀਏ ਨਾ ਕਿ ਅਸੀਂ ਉਹਨਾਂ ਦੀਆਂ ਜੁੱਤੀਆਂ ਦੇ ਬਰਾਬਰ ਆ, ਤੇ ਇਹਨੂੰ ਵੀ ਅਸੀਂ ਤੋਹੀਨ ਸਮਝੀਏ ਜੀ। ਉਹ ਯਾਰ ਮੈਂ ਕਿਹਾ ਕੀ ਐਟਮ ਹੈ ਯਾਰ। ਉਹ ਸਾਹਬਾ ਦੇ ਸਰਟੀਫਿਕੇਟ ਦੇ ਕੁਰਾਨ ਦੇ ਗਿਆ ਤੇਰੀ, ਮੈਂ ਕੀ ਕਹਾਂ ਹੁਣ, ਇਹਨੂੰ ਧਿਆਨ ਨਹੀਂ ਦਿਓ। ਓਏ ਅੱਲਾ ਦੀਆਂ ਬੰਦਿਆ, ਪਤਾ ਕੀ ਆਂਦਾ ਹੀ ਮੇਰੇ ਵੀ ਸਾਬੀ ਨੇ ਜਿੰਜ ਸਨ ਹੱਕ ਚਾਰ ਯਾਰ ਸੁਣਿਆ ਮੈਂ, ਤੇ ਅਸ਼ਰਾ ਮੁਬਸ਼ਰਾ ਤੇ 313। ਉਹ ਯਾਰ ਕੀ ਐਟਮ ਅੱਲਾ ਦੀ ਕਸਮੇ। ਹੋਏ 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 ਹੋਏ। ਤੇ ਬੜੇ ਯਾਰ ਅਜੀਬੋ ਗਰੀਬ ਲੋਕ ਨੇ ਕਿ ਜਿਹੜੀਆਂ ਉਹਦੀਆਂ ਖਰਾਫਾਤ ਦੇ ਉੱਤੇ ਯਕੀਨ ਰੱਖ ਲੈਂਦੇ ਨੇ, ਕਹਿੰਦੇ ਠੀਕ ਹੈ ਬਸ ਅਲੀ ਭਾਈ ਜ਼ਿੰਦਾਬਾਦ। ਸ਼ਾਇਦ ਇਹਦੀ ਪੁੱਛਲ ਤੇ ਸਹੀ ਪੈਰ ਉਦੋਂ ਆਇਆ ਜਦੋਂ ਤੁਸੀਂ ਇਹਨੂੰ ਕਾਦੀਆਨੀ ਦਾ ਨਾਂ ਦਿੱਤਾ ਨਾ ਇਹਨੂੰ। ਹਾਂਜੀ, ਇਹਦੀ ਪੁੱਛਲ ਤੇ ਸਹੀ ਪੈਰ ਉਦੋਂ ਆਇਆ ਜਦੋਂ ਤੁਸੀਂ ਇਹਨੂੰ ਕਾਦੀਆਨੀ ਦਾ ਲਕਬ ਦਿੱਤਾ ਇਹਨਾਂ ਨੂੰ। ਉਹਦੇ ਬਾਅਦ ਸਾਰੇ ਉਲਮਾ ਨੇ ਇਹਨੂੰ ਕਾਦੀਆਨੀ ਕਹਿਣਾ ਸ਼ੁਰੂ ਕਰ ਦਿੱਤਾ, ਤਦ ਬਾਰੇ ਉਹਦੀ ਪੁੱਛਲ ਤੇ ਬਹੁਤਾ ਪੈਰ ਆਇਆ। ਕੰਪੇਨ ਚਲਾਈ ਸੀ ਤੇ ਉਹ ਇਸੇ ਗਰਜ਼ ਦੇ ਨਾਲ ਕਿ ਲੋਕਾਂ ਨੂੰ ਪਤਾ ਚੱਲੇ ਤੇ ਅਸਲ ਮਾਮਲਾਤ ਕੀ ਨੇ। ਤੇ ਵਿੱਚ ਨਾ ਕਾਦੀਆਨੀਆਂ ਦਾ ਪ੍ਰਮੋਟਰ ਹੈ। ਉਹ ਆਂਦਾ ਪਿਆ ਕਿ ਦੇਖੋ 1974 ਦੀ ਅਸੈਂਬਲੀ ਦੇ ਵਿੱਚ ਜਿਸ ਬੇਸ ਦੇ ਉੱਤੇ ਕਾਦੀਆਨੀਆਂ ਨੂੰ ਨਾਨ ਮੁਸਲਿਮ ਅਕਲੀਅਤ ਡਿਕਲੇਅਰ ਕੀਤਾ ਗਿਆ, ਉਸ ਬੇਸ ਨੂੰ ਤੇ ਉਸ ਬੁਨਿਆਦ ਨੂੰ ਉਹਨੇ ਇੱਕ ਝਟਕੇ ਦੇ ਵਿੱਚ ਗਿਰਾ ਦਿੱਤਾ। ਆਂਦਾ ਮਿਰਜ਼ੇ ਕਾਦੀਆਨੀ ਨੇ ਕਿਹੜਾ ਨਬੂਵਤ ਦਾ ਦਾਵਾ ਕੀਤਾ ਸੀ। ਚਲੋ ਹੁਣ ਦੱਸੋ ਤੁਸੀਂ, ਉਹ 74 ਦੀ ਅਸੈਂਬਲੀ ਦਾ ਸਾਰਾ ਜਿਹੜਾ ਸੀ ਨਾ ਇਮਾਰਤ ਉਹ ਡਿੱਗ ਜਾਂਦੀ ਹੈ ਇਸ ਇੱਕ ਚੀਜ਼ ਨੂੰ ਅਗਰ ਸਾਬਤ ਕਰ ਦਿੱਤਾ ਜਾਏ ਤੇ ਉਹਨੇ ਕਿਹੜਾ ਕੋਈ ਨਬੂਵਤ ਦਾ ਦਾਵਾ ਕੀਤਾ ਸੀ। ਹਾਂਜੀ ਸ਼ਾਹ ਜੀ, ਇੱਕ ਬਿਆਨ ਅੱਗੇ ਨਾ ਸਾਹਿਲ ਭਾਈ ਨੇ ਪੜ੍ਹ ਕੇ ਸੁਣਾਇਆ ਵੇ ਕਿ ਜਿਹਦੇ 'ਚ ਕਿ ਮਿਰਜ਼ਾ ਕਾਦੀਆਨੀ ਕਹਿੰਦਾ ਹੈ ਕਿ ਜਿਹੜਾ ਨਾ ਸਾਨੂੰ ਜਿੰਨਾ ਸਕੂਨ ਜਿਹੜਾ ਹੈ ਨਾ ਉਹ ਹੈ ਗੌਰਮੈਂਟ ਅੰਗਰੇਜ਼ ਦੀ ਹਕੂਮਤ 'ਚ ਮਿਲਿਆ ਹੈ ਨਾ, ਜਿੰਨੀ ਤਬਲੀਗ ਦਾ ਸਾਨੂੰ ਫਾਇਦਾ ਇਸ ਹਕੂਮਤ 'ਚ ਹੋਇਆ ਨਾ, ਉਹਨਾਂ ਫਾਇਦਾ ਸਾਨੂੰ ਮੁਸਲਮਾਨ ਵੀ ਅਗਰ ਕੋਈ ਹਕੂਮਤ ਹੁੰਦੀ ਨਾ ਤਾਂ ਉੱਥੇ ਵੀ ਨਹੀਂ ਸੀ ਪਹੁੰਚਣਾ। ਤੇ ਇਹੀ ਬਿਆਨ ਸ਼ਾਹ ਜੀ ਮਿਰਜ਼ਾ ਇੰਜੀਨੀਅਰ ਨੇ ਦਿੱਤਾ ਵੇ ਕਿ ਅਗਰ ਅਸੀਂ ਪਾਕਿਸਤਾਨ 'ਚ ਅਗਰ ਜ਼ੇਰੇ ਤਸੱਲੁਤ ਹੁੰਦੇ ਨਾ, ਕਿਸੇ ਦੇ ਮਾਤਹਿਤ ਹੁੰਦੇ
ਤੇ ਕਹਿੰਦਾ ਸਾਨੂੰ ਇਹ ਤਕਲੀਫਾਂ ਨਹੀਂ ਸਾਨੂੰ ਉਠਾਣੀਆਂ ਪੈਣੀਆਂ, ਸਾਡੀ ਜੋ ਕਹਿੰਦਾ ਸਾਡੀ ਤਬਲੀਗ ਨੂੰ ਫਾਇਦਾ ਹੋਣਾ ਸੀ। ਇਹੀ ਬਿਆਨ ਮਿਰਜ਼ਾ ਜੂਨੀਅਰ ਨੇ ਦਿੱਤਾ ਦਾ। ਸੇਮ ਚੱਲ ਰਿਹਾ ਹੈ। ਇਹਦਾ ਇੱਕ ਮੈਂ ਬਿਆਨ ਸੁਣਿਆ ਹੈ। ਸਵਾਲ ਇਹਦੇ ਕੋਲ ਹੋਇਆ ਕਿ ਤੂੰ ਮੱਕੇ ਮਦੀਨੇ ਕਿਉਂ ਨਹੀਂ ਜਾਂਦਾ, ਉਮਰੇ ਵਾਸਤੇ ਜਾਂ ਹੱਜ ਵਾਸਤੇ ਕਿਉਂ ਨਹੀਂ ਜਾਂਦਾ। ਆਂਦਾ ਹੈ ਕਿ ਜਦੋਂ ਮੈਂ ਆਪਣੀ ਤਬਲੀਗ ਸ਼ੁਰੂ ਕੀਤੀ ਸੀ ਨਾ, ਉਸ ਤੋਂ ਪਹਿਲੇ ਮੈਂ ਗਿਆ ਸਾਂ, ਲੇਕਿਨ ਹੁਣ ਜਿਹੜਾ ਵੇ ਨਾ, ਹੁਣ ਮੇਰੀ ਜਾਨ ਨੂੰ ਖਤਰਾ ਹੈ ਤੇ ਹੁਣ ਨਹੀਂ ਮੈਂ ਜਾਣਾ। ਸੇਮ ਇਹੋ ਹੀ ਬਿਆਨ ਕੁਝ ਰਲਦਾ। ਸ਼ਾਹ ਜੀ ਮੈਂ ਲਫ਼ਜ਼ ਵੀ ਮੈਂ ਤੇ ਜਾਣਾ ਹੀ ਕੋਈ ਨਹੀਂ, ਇੰਜ ਕਿਹਾ ਹਜੇ ਉਹਨੇ। ਹਾਂ ਹੁਣ ਤੇ ਮੈਂ ਜਾਣਾ ਹੀ ਕੋਈ ਨਹੀਂ। ਕਹਿੰਦਾ ਕਾਬੇ ਦਾ ਗਲਾਫ ਫੜ ਕੇ ਮੈਂ ਆਪਣੀ ਬੁੱਢੀ ਦੇ ਨਾਲ, ਕਾਬੇ ਦਾ ਗਲਾਫ ਫੜ ਕੇ ਕਹਿੰਦਾ ਮੈਂ ਆਪਣੀ ਬੁੱਢੀ ਕੋਲੋਂ ਹਲਫ ਲਿਆ। ਹਲਫ ਲੈ। ਉਹ ਮੈਂ ਕਿਹਾ ਤੇਰੀ ਤੇ ਸਾਰੀਆਂ ਤਲਾਵਾਂ ਜਾ ਕੇ ਮਿਲਦੀਆਂ ਨੇ ਪਈਆਂ ਮਿਰਜ਼ੇ ਕਾਦੀਆਨੀ ਨਾਲ। ਉਹ ਵੀ ਕਹਿੰਦਾ ਸੀ ਮੇਰੀ ਜਾਨ ਨੂੰ ਖਤਰਾ ਹੈ, ਮੈਂ ਤਾਂ ਵਾਸਤੇ ਨਹੀਂ ਜਾਣਾ। ਤੇ ਇੰਜ ਦੇ ਜੇ ਅੱਲਾ ਦੀ ਕਸਮ ਹੈ, ਤੇ ਇਹਦੇ ਵਿੱਚ ਉਹ ਫਖਰ ਮਹਿਸੂਸ ਕਰ ਰਹੇ ਨੇ ਕਿ ਬੜੀ ਕੋਈ ਫਖਰ ਦੀ ਗੱਲ ਹੈ। ਹੈਂ ਓਏ ਹੋਏ ਬਸ ਯਾਰ ਕੀ ਹੈ ਅਸਲ ਦੇ ਵਿੱਚ। ਚਲੋ ਉਹ ਤੇ ਬਹਿਕ ਗਏ ਇਹਨਾਂ ਦੇ ਲੀਡਰ। ਅਫਸੋਸ ਉਹਨਾਂ ਦਾ ਹੈ ਕਿ ਜਿਹੜੇ ਇਹਨਾਂ ਦੇ ਪਿੱਛੇ ਚੱਲ ਰਹੇ ਨੇ। ਹੁਣ ਉਹ ਜਿਹੜਾ ਸੋਸ਼ਲ ਚੁਆਇਸ ਹੈ ਤੇ ਉਹ ਖਲੀਫਾ ਵਕਤ ਦੀ ਨਾਮ ਦੀ ਆਈਡੀ ਤੋਂ ਆ ਰਿਹਾ ਹੈ। ਹਸਨ ਕਾਜ਼ਮੀ ਆਪਣਾ ਕਹਿੰਦਾ ਮੇਰਾ ਨਾਂ ਹੈ, ਪਤਾ ਨਹੀਂ ਉਹਦਾ ਨਾਂ ਹੈ ਵੇ ਕਿ ਨਹੀਂ, ਪਤਾ ਨਹੀਂ ਕੌਣ, ਅੱਲਾ ਹੀ ਜਾਣਦਾ ਹੈ। ਹੁਣ ਉਹ ਆਪਣੀ ਆਵਾਜ਼ ਤੋਂ ਜਾਂ ਗੁਫ਼ਤਗੂ ਤੋਂ ਸਮਝਦਾਰ ਲੱਗਦਾ ਹੈ, ਲੇਕਿਨ ਉਹ ਵੇਖੋ ਕਿ ਕਿੱਧਰ ਟੁਰ ਪਏ ਹੈ। ਵੇਖ ਲੋ ਕਿੱਧਰ ਟੁਰ ਪਏ। ਕਿੰਝ ਸਮਝਾਈਏ ਦੱਸੋ शाह जी छोकरा तो शुरू किया मिर्जा कादियानी ने, आगे से छोकरे के भी तवीला ही करते हैं कि तवीला। उसका मतलब ये था। ਇੱਕ ਬੜੇ ਮਜ਼ੇ ਦੀ ਗੱਲ ਦੱਸਾਂ ਸਾਹਿਲ ਭਾਈ ਬੜੇ ਮਜ਼ੇ ਦੀ ਤੁਹਾਨੂੰ ਗੱਲ ਦੱਸਣਾ। ਜਦੋਂ ਕੋਈ ਛੋਕਰਾ ਆਵੇਗਾ ਨਾ ਤੇ ਉਹਨੂੰ ਤੁਸੀਂ ਕਹੋਗੇ ਨਾ ਮਿਰਜ਼ੇ ਨੇ ਇਹ ਕਿਹਾ ਵੇ ਕਿ ਮਿਨੀ ਗਾਰਡ ਤੁਹਾਨੂੰ ਬਣਾ ਦਿੱਤਾ ਜਾਏਗਾ, ਆਪਣਾ ਮਰਨ ਤੋਂ ਬਾਅਦ 60 ਸਾਲ ਦੀ ਜ਼ਿੰਦਗੀ ਦੇ ਦਿਓ ਤੇ ਬਾਅਦ 'ਚ ਤੁਹਾਨੂੰ ਮਿਨੀ ਗਾਰਡ ਬਣਾਤਾ ਜਾਏਗਾ, ਜਾਂ ਤੁਹਾਡੀਆਂ ਜਿਹੜੀਆਂ ਨੇ ਨਾ ਜਨਾਬ ਔਰਤਾਂ ਨੂੰ ਮਿਰਜ਼ੀਆਂ ਨੂੰ 4 ਸ਼ੋਹਰੀਆਂ, ਇੱਕ ਸੇ ਜ਼ਿਆਦਾ ਸ਼ੋਹਰਾਂ ਦੀ ਖਾਹਿਸ਼ ਹੋਏਗੀ ਤੇ ਉਹ ਅੱਲਾ ਦੇ ਸਕਦਾ, ਅੱਲਾ ਕਾਦਰ ਹੈ। ਤੇ ਕਹਿਣਗੇ ਨਹੀਂ ਇਹ ਬਿਆਨ ਉਹਨੇ ਕੋਈ ਨਹੀਂ ਦਿੱਤਾ, ਤੁਸੀਂ ਵੀਡੀਓ ਵਿਖਾਓ। ਉਹ ਜਦੋਂ ਵੀਡੀਓ ਵਿਖਾਉਂਦੇ ਆ ਨਾ, ਉਹ ਵੀਡੀਓ ਸੁਣਦਿਆਂ ਸਾਰ ਮਾਂ ਜੀ ਨੇ ਰੱਸੀਓਂ ਸੱਪ ਬਣ ਜਾਂਦੇ ਨੇ ਇੱਕਦਮ। ਵੀਡੀਓ ਵੇਖਦਿਆਂ ਸਾਰੀ ਇੱਕਦਮ ਤਵੀਲਾਂ ਤੇ ਆ ਜਾਣਗੇ। ਪਹਿਲੇ ਨਾ ਵੀਡੀਓ ਚਲਾਉਣ ਤੋਂ ਪਹਿਲੇ ਅਸੀਂ ਪੁੱਛ ਲੈਂਦੇ ਹਾਂ, ਅੱਛਾ ਇਹ ਚੀਜ਼ ਨੂੰ ਮੰਨਣਾ ਤੇਰਾ ਕੀਦਾ ਹੈ? ਆਹੋ ਮੈਂ ਮੰਨਣਾ। ਜਦੋਂ ਵੀਡੀਓ ਸੁਣਨ ਦੀ ਦੇਰ ਚੱਲ ਬਾਈ ਪਾ ਦਿਓ ਲੰਮੇ। ਇਹ ਤੇ ਮਾਮਲੇ ਨੇ ਯਾਰ। ਤੇ ਯਕੀਨ ਮੰਨਿਓ ਮੇਰਾ ਛੋਟਾ ਭਾਈ ਹੈ ਤੇ ਯੂਨੀਵਰਸਿਟੀ ਦਾ ਤਾਲਬ ਇਲਮ ਹੈ। ਉਹਨੇ ਇੱਕ ਦਿਨ ਨਾ ਆਪਣੇ ਮੋਬਾਈਲ ਤੇ WhatsApp ਸਟੇਟਸ ਤੇ ਮਿਰਜ਼ਾ ਜੂਨੀਅਰ ਜੇਲਮੀ ਦੀ ਇੱਕ ਵੀਡੀਓ ਲਾਈ। ਯਕੀਨ ਮੰਨਿਓ ਉਹਦੀ ਉਹ ਕਲਾਸ ਮੈਂ ਲਈ, ਉਹ ਇੰਨਾ ਕੁ ਰੌਣਕਾ ਹੋ ਗਿਆ ਕਿ ਉਹਨੇ ਫਿਰ ਸਟੇਟਸ ਲਾਇਆ। ਇਹਨੂੰ ਮੋਟੀਆਂ ਗਾਲਾਂ ਉਹਨੇ ਲਿਖੀਆਂ। ਫਿਰ ਉਹਨੇ ਪੂਰੀ ਫੈਮਿਲੀ ਦੇ ਤਮਾਮ ਭੈਣ ਭਰਾਵਾਂ ਕੋਲੋਂ ਫਰਦਨ ਮਾਫੀ ਮੰਗੀ ਤੇ ਉਹਦੀ ਮੈਂ ਉਹ ਕੀਤੀ ਰੇ ਰੱਬ ਦਾ ਨਾ। ਤੇ ਉਹ ਕਿਉਂਕਿ ਵਕਤ ਦੀ ਜ਼ਰੂਰਤ ਬਣ ਗਈ। ਨਹੀਂ ਅਗਰ ਨਾ ਕਰਦਾ, ਮੈਂ ਡਿਸੀਜਨ ਨਾ ਲੈਂਦਾ, ਕੰਮ ਤੇ ਦੂਰ ਨਿਕਲ ਜਾਣਾ ਸੀ। ਤੇ ਭਾਈ ਜੀ ਇਹ ਕੁਝ ਮਾਮਲਾਤ ਹੁੰਦੇ ਨੇ, ਡਿਸੀਜਨ ਲੈਣੇ ਪੈਂਦੇ ਨੇ, ਨਹੀਂ ਤੇ ਕੰਮ ਵਿਗੜ ਜਾਂਦਾ। ਹਾਂਜੀ ਸ਼ਾਹ ਜੀ ਮੈਂ ਆਪਣੇ ਇੱਥੇ ਕਈ ਬੰਦਿਆਂ ਦੀ ਤੌਬਾ ਕਰਾਈ ਤੇ ਅੱਲਾ ਦੀ ਕਸਮ ਹੈ। ਮੈਂ ਆਪਣੇ ਇੱਥੇ ਸ਼ਹਿਰ ਮੇਰੇ ਕੋਲ ਜਿਹੜੇ ਬੰਦੇ ਆਏ ਨੇ ਉਹਨਾਂ ਨੇ ਆ ਕੇ ਗਲਤੀ ਨਾਲ ਵੀ ਇਹਦਾ ਨਾਂ ਲੈ ਲਿਆ ਨਾ, ਮੈਨੂੰ ਬਿਠਾ ਲਿਆ ਉਹਨੂੰ। ਫਿਰ ਮੈਂ ਸ਼ਾਹ ਜੀ ਆਸਫ ਭਾਈ ਇੱਕ ਸੈਕਿੰਡ, ਸ਼ਾਹ ਜੀ ਮੈਨੂੰ ਦਿਓ ਇਜਾਜ਼ਤ। ਸੌਦਿਆ ਤੁਹਾਨੂੰ ਪਤਾ ਹਾਂ ਟਾਈਮ ਕੀ ਹੋ ਗਿਆ? ਠੀਕ ਹੈ ਨਾਰੀ ਫੁੱਲ ਨਮਾਜ਼ ਦਾ ਟਾਈਮ ਹੋ ਗਿਆ। ਪੜ੍ਹ ਲਓ ਭਾਈ ਪੜ੍ਹ ਲਓ। ਸਾਰੇ ਭਾਈ ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਨਮਾਜ਼ ਜ਼ਰੂਰੀ ਹੈ ਭਾਈ। ਬੇਸ਼ੱਕ ਉਹ ਯਾਰ ਤੂੰ ਵੀ ਕਿਤੇ ਟੁਰ ਤੇ ਨਹੀਂ ਗਿਆ? ਸ਼ਾਹ ਜੀ ਇਹਦਾ ਇੱਕ ਬਿਆਨ ਆਇਆ ਵੇ, ਹੁਣ ਰੀਸੈਂਟ ਹੀ ਇਹਦਾ ਬਿਆਨ ਆਇਆ ਵੇ। ਉਹ ਮੈਂ ਕੱਲ੍ਹ ਹੀ ਵੀਡੀਓ ਡਾਊਨਲੋਡ ਕੀਤੀ ਹੈ।
ਉਹਦੇ ਵਿੱਚ ਇਹਨੇ ਕਿਹਾ ਕਿ ਜੀ ਇਹ ਜਿਹੜਾ ਇਹਨਾਂ ਨੇ ਮੁਸਲਮਾਨਾਂ ਨੇ ਜਿਹੜਾ ਅਕੀਦਾ ਬਣਾਇਆ ਦਾ ਨਾ ਕਿ ਕਬਰ ਦੇ ਵਿੱਚ ਨਬੀ ਇਸਲਾਮ ਤਸ਼ਰੀਫ ਲਿਆਉਣਗੇ ਤੇ ਉਹਨਾਂ ਦੇ ਬਾਰੇ ਪੁੱਛਿਆ ਜਾਏਗਾ ਕਿ ਮਾ ਕੁੰਤ ਤਕੂਲ ਫੀ ਹਾਜ਼ਰ ਰਜੁਲ ਜੋ ਹੈ ਤੇ ਕਹਿੰਦਾ ਅਕੀਦਾ ਇਹਨਾਂ ਨੇ ਘੜਿਆ ਦਾ ਵੇ ਮਾ ਕੁੰਤ ਤਕੂਲ ਫੀ ਹਾਜ਼ਰ ਇੱਕ ਹਦੀਸ ਮੇਰੇ ਹਾਲੇ ਹੱਕ ਕੀ ਹਾਜ਼ਰ ਰਜੁਲ ਹੈ ਤੇ ਇੱਕ ਮੇਰੇ ਹਾਲੇ ਸਿਰਫ ਹਾਜ਼ਰ ਰਜੁਲ ਹਾਂਜੀ ਜੀ ਤੇ ਉਹ ਨਾ ਕਹਿੰਦਾ ਹੈ ਅਕੀਦਾ ਇਹਨਾਂ ਨੇ ਘੜਿਆ ਦਾ ਵੇ ਇਹ ਬਿਲਕੁਲ ਹਦੀਸਾਂ ਦੇ ਵਿੱਚ ਤੇ ਅਸਲ ਦੀ ਗੱਲ ਕੋਈ ਮੌਜੂਦ ਹੀ ਨਹੀਂ ਹੈ ਬਲਕਿ ਕਹਿੰਦੇ ਵਾਕਿਆ ਸੁਣਾਇਆ ਕਿ ਇੱਕ ਔਰਤ ਇਸ ਤਰ੍ਹਾਂ ਫੌਤ ਹੋ ਗਈ ਤੇ ਉਹ ਜਨਾਬ ਨਬੀ ਅਲੈਹਿਸ ਸਲਾਮ ਨੇ ਕਿਹਾ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਤੇ ਨਬੀ ਅਲੈਹਿਸ ਸਲਾਮ ਨੇ ਫਿਰ ਉਹਦਾ ਦੁਬਾਰਾ ਜਨਾਜ਼ਾ ਪੜਾਇਆ ਤੇ ਅਗਰ ਨਬੀ ਅਲੈਹਿਸ ਸਲਾਮ ਉਹਦੀ ਕਬਰ 'ਚ ਗਏ ਹੁੰਦੇ ਤੇ ਨਬੀ ਅਲੈਹਿਸ ਸਲਾਮ ਨੇ ਕਹਿਣਾ ਸੀ ਆਹੋ ਮੈਨੂੰ ਪਤਾ ਹੈ ਮੈਂ ਗਿਆ ਸੀ ਰਾਤੀ ਉਹਦੀ ਕਬਰ ਦੇ ਵਿੱਚ ਤੇ ਸ਼ਾਇਦ ਜੀ ਇਹ ਕੋਈ ਉਜ਼ਰ ਬਣਦਾ ਹੈ ਇਹ ਕੋਈ ਤਵੀਲ ਬਣਦੀ ਹੈ ਯਾਨੀ ਕਿ ਉਹ ਗੱਲ ਯਾਰ ਕੋਈ ਤਵੀਲ ਨਹੀਂ ਓਏ ਅੱਲਾ ਦੇ ਬੰਦਿਆ ਇਹ ਜਿਹੜੇ ਮਿਰਜ਼ਾ ਜੂਨੀਅਰ ਜੇਲਮੀ ਦੇ ਪਲੇਠੀ ਦੇ ਪੁੱਤਰ ਹੁੰਦੇ ਨੇ ਤੇ ਉਹਨਾਂ ਨੂੰ ਮੈਂ ਪੁੱਛਣਾ ਵੀ ਆ ਕਿ ਦੇਖੋ ਉਹਨੇ ਜਿਹੜੀ ਕੁਰਾਨ ਤੇ ਹਦੀਸ ਨਾਲ ਕੋਈ ਗੱਲ ਕੀਤੀ ਹੈ ਨਾ ਸੁਣਾਓ ਫਿਰ ਸਾਨੂੰ ਯਾਰ ਤੂੰ ਵੀ ਤੇ ਆ ਸਫਾ ਸਾਡੀਆਂ ਬਰਾਡਾਂ ਦੇ ਹੁੰਨਾ ਹੀ ਹੈ ਨਾ ਕਿੰਨੇ ਕੁ ਮਰਜ਼ਈ ਅੱਜ ਤੱਕ ਆਏ ਜੇ ਜਿਨ੍ਹਾਂ ਨੇ ਆ ਕੇ ਮਿਰਜ਼ਾ ਜੂਨੀਅਰ ਜੇਲਮੀ ਦੀ ਕੋਈ ਹਦੀਸਾਂ ਸੁਣਾਈਆਂ ਹੋਣ ਜਾਂ ਕੁਰਾਨ ਦੀਆਂ ਆਇਤਾਂ ਸੁਣਾਈਆਂ ਹੋਣ ਕਿ ਉਹਨੇ ਫਲਾਂ ਗੱਲ ਇਹ ਕੁਰਾਨ ਦੀ ਆਇਤ ਇਹ ਹਦੀਸ ਇਹ ਉਹਦੀ ਵੀਡੀਓ ਜੇ ਕਿੰਨੇ ਕੁ ਬੰਦੇ ਸਿਵਾਏ ਗੱਪਾਂ ਤੇ ਗਾਲਾਂ ਤੋਂ ਇਲਾਵਾ ਕੱਖ ਨਹੀਂ ਪੱਲੇ ਤੇ ਉਸੇ ਬੰਦੇ ਨੂੰ ਅਸੀਂ ਅਗਰ ਬਿਠਾ ਲੈਨੇ ਆ ਨਾ ਕਿ ਯਾਰ ਤੂੰ ਇੰਜ ਕਰ ਸਾਰੇ ਕੰਮ ਛੱਡ ਤੂੰ ਨਾ ਮੈਨੂੰ ਨਮਾਜ਼ ਸਮਝਾ ਕਿ ਇਹ ਨਮਾਜ਼ ਕਿੰਜ ਪੜੀ ਦੀ ਏ ਤੂੰ 2 ਫਰਜ਼ ਫਜਰ ਦੇ ਪੜ੍ਹ ਕੇ ਜ਼ਰਾ ਮੈਨੂੰ ਸਮਝਾ ਉਹ ਅੱਜ ਤੱਕ ਤੋਂ ਸਾਨੂੰ ਕੋਈ ਨਹੀਂ ਮਿਲਿਆ ਕਿ ਜਿਹੜਾ ਨਮਾਜ਼ ਦੇ ਫਰਜ਼ ਤੱਕ ਸਾਨੂੰ ਸਮਝਾਏ ਉਹਨਾਂ ਨੂੰ ਤੇ ਜਿਸ ਕੌਮ ਦਾ ਜਾਂ ਜਿਹਦੇ ਸ਼ਾਗਿਰਦਾਂ ਦਾ ਇਹ ਆਲਮ ਹੋਏਗਾ ਤਾਂ ਉਸਤਾਦ ਦਾ ਕੀ ਆਲਮ ਮਾਸ਼ਾਅੱਲਾ ਹੋਏਗਾ ਅੰਦਾਜ਼ਾ ਕਰ ਸਕਦੇ ਹੋ ਤੁਸੀਂ ਸ਼ਾਹ ਜੀ ਅੱਜ ਇੱਕ ਰਾਜਪੂਤ ਭਾਈ ਨੇ ਨਾ ਆਪਣੇ ਉਹਨਾਂ ਦੀ ਬਰਾੜ ਦੇ ਉੱਤੇ ਨਾ ਮੈਂ ਤਕਰੀਬਨ ਸੋ ਗਿਆ ਦੱਸਾਂ ਤੇ ਉਹਨਾਂ ਦਾ ਮੈਨੂੰ ਨਾ ਮੈਸੇਜ ਆਇਆ ਤੇ ਮੈਂ ਉੱਠ ਕੇ ਤੇ ਮੈਂ ਫਟਾਫਟ ਗਿਆ ਤੇ ਸ਼ਾਹ ਜੀ ਉਹ ਜ਼ਿਆ ਭਾਈ ਫਿਰ ਉੱਥੇ ਆ ਗਏ ਉਹਨੂੰ ਕਿਹਾ ਕਿ ਯਾਰ ਇਹ ਜਿਹੜਾ ਨਾ ਆਪਣਾ ਮਿਰਜ਼ਾ ਕਾਦੀਆਨੀ ਇਹਦੇ ਤੇ ਲਾਨਤ ਭੇਜ ਕਿਉਂਕਿ ਸਾਨੂੰ ਸ਼ੱਕ ਪੈਂਦਾ ਪਿਆ ਕਿ ਤੂੰ ਕਾਦੀਆਨੀ ਹੈ ਹਾਲਾਂਕਿ ਉਹ ਕਹਿੰਦਾ ਮੈਂ ਹਰਮ ਸ਼ਰੀਫ ਦੇ ਕਹਿੰਦਾ ਮੈਂ ਅੰਦਰ ਬੈਠ ਮੇਰੀ ਡਿਊਟੀ ਹੈਗੀ ਹਰਮ ਸ਼ਰੀਫ ਦੇ ਅੰਦਰ ਤੇ ਉਹ ਜਿਹੜਾ ਨਾ ਅੱਲਾ ਤੁਹਾਡਾ ਭਲਾ ਕਰੇ ਉਹ ਮਿਰਜ਼ੇ ਕਾਦੀਆਨੀ ਦੇ ਉੱਤੇ ਲਾਨਤ ਭੇਜਣ ਨੂੰ ਤਿਆਰ ਨਹੀਂ ਸੀ ਹੈ ਓਏ ਸਭ ਗੱਪਾਂ ਸਭ ਝੂਠ ਤੁਹਾਡੇ ਸਾਹਮਣੇ ਹੀ ਹੈ ਕਿ ਪਿਛਲੇ ਜਾਂ 3-4 ਬਰਾਡਾਂ ਚ ਇੰਜ ਹੋਇਆ ਵੇ ਕਿ ਹਰ ਬੰਦਾ ਕਹਿੰਦਾ ਕਿ ਮੈਂ ਤੇ ਖਾਨੇ ਕਾਬੇ ਚ ਰਹਿਣਾ ਮੈਂ ਤੇ ਇੱਥੇ ਮੱਕੇ ਰਹਿੰਦਾ ਜੇ ਮੈਂ ਇੱਥੇ ਪਤਾ ਨਹੀਂ ਆਬੇ ਜ਼ਮਜ਼ਮ ਤਕਸੀਮ ਕਰਨਾ ਤੇ ਪਤਾ ਨਹੀਂ ਕੁਝ ਤੇ ਡਰਾਮੇਬਾਜ਼ੀਆਂ ਝੂਠ ਤੇ ਗੱਪਾਂ ਤੇ ਸ਼ੋਖੀਆਂ ਇਸ ਤੋਂ ਇਲਾਵਾ ਕੱਖ ਨਹੀਂ ਹੈ ਇਹਨਾਂ ਦੇ ਪੱਲੇ ਹਾਂਜੀ ਕੁਝ ਨਹੀਂ ਪੱਲੇ ਹੈ ਸਿਵਾਏ ਗੱਪਾਂ ਤੇ ਕਹਾਣੀਆਂ ਤੋਂ ਤੇ ਸ਼ਰਮਿੰਦਗੀ ਤੋਂ ਇਲਾਵਾ ਕੁਝ ਵੀ ਨਹੀਂ ਤੇ ਗਾਲਾਂ ਕਢਵਾ ਲਓ ਜਿੰਨੀਆਂ ਮਰਜ਼ੀ ਹੈ ਥੱਲੇ ਕਮੈਂਟ 'ਚ ਬਹਿ ਕੇ ਨਾ ਟਿਪ 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 ਉਹ ਮੈਂ ਤੇ ਪੂਰੀ ਵੀਡੀਓ ਹੀ ਅਪਲੋਡ ਕਰ ਦਿੰਦਾ ਵਾਂ ਤਾਂ ਕਿ ਆ ਜਿਹੜੇ ਕਮੈਂਟ ਸ਼ਮੈਂਟ ਨੇ ਨਾ ਇਹ ਵੀ ਰਿਕਾਰਡਿੰਗ 'ਚ ਆ ਜਾਣ ਉਹ ਥੱਲੋਂ ਲੋਕੀ ਆਪ ਹੀ ਪੜ੍ਹੀ ਜਾਂਦੇ ਨੇ ਤੇ ਇਹ ਮਾਮਲਾਤ ਨੇ ਨਹੀਂ ਸ਼ਾਇਦ ਜੀ ਸਾਡੀ ਵੀਡੀਓ ਬੜੀ ਜ਼ਬਰਦਸਤ ਬਣਦੀ ਹੈ ਜਦੋਂ YouTube ਤੇ ਚੜ੍ਹਦੀ ਹੈ ਨਾ ਤੇ ਉਹ ਬੜਾ ਉਹਦਾ ਫਾਇਦਾ ਹੁੰਦਾ ਬੜਾ ਜਿਹੜਾ ਨਾ ਬਾਕੀ ਉਹ ਇੱਕ ਕਮੈਂਟਸ ਵੀ ਜਿਹੜੇ ਨੇ ਨਾ ਉਹ ਵੀ ਸਬੂਤ ਦੇ ਤੌਰ ਤੇ ਉਹ ਵੀ ਵਿੱਚ ਰਿਕਾਰਡ ਹੋ ਜਾਂਦੇ ਨੇ ਉਹ ਬੜਾ ਜ਼ਬਰਦਸਤ ਉਹ ਜਿਹੜਾ ਨਾ ਕੰਮ ਹੋ ਜਾਂਦਾ ਰੋਹਤ ਚੌਧਰੀ ਸਾਹਿਬ ਆਏ ਨੇ ਕੋਈ ਐਥੀਅਸ ਨੇ ਸ਼ਾਇਦ ਆਓ ਜੀ ਕੋਈ ਗੱਪ ਸ਼ੱਪ ਮਾਰੀਏ ਕਾਲ ਤੇ ਆਓ ਆ ਜਾਓ ਭਾਈ ਆ ਜਾਓ ਨੇੜੇ ਲੱਗ ਜਾਇਆ ਕਰੋ ਓਏ ਜ਼ਿਆ ਟੁਰ ਤੇ ਨਹੀਂ ਗਿਆ ਤੂੰ ਲੈ ਇਹ ਇਹਦਾ ਕੰਮ ਹੁੰਦਾ ਹੀ ਜਾਂ ਸੌਂ ਗਿਆ ਹੀ ਤੇ ਜਾਂ ਚੌਧਰੀ ਟੁਰ ਗਏ ਆਹੋ ਪਤਾ ਨਹੀਂ ਉਹ ਅੱਗੇ ਤੇ ਜ਼ਿਆ ਭਾਈ ਦੇ ਨਾਲ ਉਹ ਕਾਫੀ ਦੋਸਤ ਬੈਠੇ ਹੁੰਦੇ ਨੇ ਇਸ ਟਾਈਮ ਜਿਹੜਾ ਨਾ ਨਹੀਂ ਮੈਂ ਨਾ ਆਇਆ ਵਾਂ ਫਜਰ ਦੀ ਨਮਾਜ਼ ਤੋਂ ਪਹਿਲੇ ਵੀ ਚੱਕਰ 2 ਮਾਰੇ ਨੇ ਤੇ ਕੁਝ ਬਰਾੜ ਦੇ ਹਾਲਾਤ ਕੋਈ ਠੀਕ ਨਹੀਂ ਸਨ
ਤੇ ਫਿਰ ਮੈਂ ਟੁਰ ਗਿਆ ਤੇ ਫਿਰ ਆਇਆ ਤੇ ਫਿਰ ਇੰਜੀ ਤੇ ਮੈਂ ਕਿਹਾ ਹੁਣ ਐਂਟਰੀ ਬੰਦੀ ਨਹੀਂ ਇੱਥੇ ਤੇ ਤੇ ਹੁਣ ਆਇਆ ਤੇ ਹੁਣ ਖੁਦ ਗਾਇਬ ਹੋ ਗਈ। ਅੱਛਾ ਸ਼ਾਹ ਜੀ, ਮੈਨੂੰ ਨਾ ਕੱਲ ਮੈਂ ਆਇਆ ਨਾ ਜਿਸ ਟਾਈਮ, ਉਸ ਟਾਈਮ ਆਮਿਰ ਨਜ਼ੀਰ ਭਾਈ ਇੱਕ ਗੱਲ ਕਰ ਰਹੇ ਸਨ ਜਿੱਤੇ ਤੂੰ, ਮੈਂ ਆਇਆ ਲੇਕਿਨ ਥੋੜਾ ਜਿਹਾ ਲੇਟ ਆ, ਜਿਹਦੇ ਚੋਂ ਇਹ ਮੈਨੂੰ ਤਾਸੁਰ ਮਿਲਿਆ ਵੇ ਕਿ ਇਹ ਕਿਧਰੇ ਜਿਹੜਾ ਵੇ ਨਾ ਸੋਸ਼ਲ ਕਿਓਸ ਜਿਹੜਾ ਵੇ ਨਾ, ਇਹ ਕਿਧਰੇ ਜਾ ਕੇ ਮਰਜ਼ਈਆਂ ਦੇ ਨਾਲ ਬਹਿ ਕੇ ਜਿਹੜਾ ਨਾ ਤੁਹਾਡੇ ਖਿਲਾਫ ਪਿਆ ਉੱਥੇ ਗੱਲਾਂ ਕਰਦਾ ਸੀ ਪਿਆ। ਉਹ ਆਮਿਰ ਨਜ਼ੀਰ ਭਾਈ ਨੂੰ ਪਤਾ ਲੱਗ ਗਿਆ ਉਸ ਗੱਲ ਦਾ, ਲੇਕਿਨ ਹੁਣ ਉਹ ਜਿਹੜਾ ਗੱਲ ਹੈ ਨਾ ਜਿਹੜੀ ਉਹ ਖੋਲੀ ਨਹੀਂ ਹੈ ਜਿਹੜਾ ਨਾ ਕਿਸੇ ਨੇ ਨਾ ਜਾਂ ਸਾਡੇ ਕਿਸੇ ਸਾਥੀ ਨੇ। ਨਹੀਂ ਉਹ ਮੈਂ ਵੀ ਉੱਥੇ ਹੀ ਸਾਂ। ਉਹ ਕੋਈ ਹੋਰ ਵੇ, ਕੋਈ ਹੋਰ ਮੁੰਡਾ ਵੇ ਤੇ ਉਹ ਕਿਤੇ ਕਾਦੀਆਨੀਆਂ ਦੇ ਕੋਲ ਬਹਿ ਕੇ ਤੇ ਉਹ ਮਤਲਬ ਉਹਨੇ ਕੋਈ ਹਰਕਤ ਕੀਤੀ ਹੈ। ਉਹ ਇਹ ਸੋਸ਼ਲ ਚੁਆਇਸ ਦੀ ਨਹੀਂ ਗੱਲ ਕਿਸੇ ਹੋਰ ਦੀ ਸੀ। ਅੱਛਾ ਅੱਛਾ ਅੱਛਾ, ਠੀਕ ਠੀਕ। ਅੱਜ ਵੀ ਉਹ ਤੁਹਾਡੀ ਤਸਵੀਰ ਲਾ ਕੇ ਤੇ ਲੱਗੇ ਤੇ ਸਨ ਭੌਂਕਣ, ਉਹ ਫਿਰ ਕਾਸ਼ਿਫ ਭਾਈ ਗਏ ਨੇ ਤੇ ਉਹ ਪਤ ਗੱਲ ਤੇ ਉਹਨਾਂ ਨੇ ਕਾਸ਼ਿਫ ਭਾਈ ਨੂੰ ਕਰਨ ਕੋਈ ਨਹੀਂ ਦੇਣੀ। ਕਾਸ਼ਿਫ ਭਾਈ ਫਿਰ ਗਾਲਾਂ ਗੋਲਾਂ ਕੱਢ ਕੇ ਨੱਸ ਆਏ ਨੇ। ਕਾਸ਼ਿਫ ਭਾਈ ਉਹ ਬਸ ਠੀਕ ਹੈ, ਕੁਝ ਵੀ ਨਹੀਂ, ਆਪਣਾ ਹੀ ਮੂੰਹ ਗੰਦਾ ਕਰਦੇ ਨੇ, ਸਾਡੀ ਮਸ਼ਹੂਰੀ ਕਰੀ ਜਾਂਦੇ ਨੇ। ਜਿਹਨੂੰ ਨਹੀਂ ਵੀ ਪਤਾ ਤੇ ਉਹਨੂੰ ਵੀ ਪਤਾ ਚੱਲਦਾ। ਉਧਰ ਸਲੀਮ ਮਾਈਂਡ ਰੋਸਟਰ ਨੇ ਵੀ ਉਹ ਮਸ਼ਹੂਰੀ ਤੁਹਾਡੀ ਕਰ ਰਿਹਾ ਹੈ, ਉਧਰੋਂ ਜਨਾਬ ਉਹ ਜਿਹੜੇ ਨੇ ਛੋਕਰੇ ਜਿਹੜੇ ਨੇ ਉਹ ਵੀ ਮਸ਼ਹੂਰੀ ਕਰ ਰਹੇ ਨੇ। ਸਹੀ ਹੈ, ਨੱਪ ਕੇ ਰੱਖੋ ਤੇ ਸਾਡੀਆਂ ਮਾਸ਼ਾਅੱਲਾ ਆਈਡੀਆਂ ਬਲਾਕ ਪਈਆਂ ਨੇ। ਅਸੀਂ ਲਾਈਵ, ਕੋਈ ਮਸਲਾ ਹੀ ਨਹੀਂ, ਵੱਲਾ ਕੋਈ ਮਸਲਾ ਹੀ ਨਹੀਂ, ਅਸੀਂ ਲਾਈਵ ਹੁੰਦੇ ਕੋਈ ਨਹੀਂ। ਤੇ ਅਸਲ ਹੁੰਦਾ ਹੈ ਅੱਲਾ ਦੀ ਕੁਝ ਮਸ਼ੀਅਤ ਹੁੰਦੀ ਹੈ, ਸਮਝ ਆਈ ਕਿ ਨਹੀਂ? ਤੇ ਉਹ ਅੱਲਾ ਦੀ ਮਸ਼ੀਅਤ ਦੇ ਉੱਤੇ ਖੁਸ਼ ਰਹੀਦਾ ਹੁੰਦਾ ਹੈ। ਅੱਲਾ ਬਿਹਤਰੀਆਂ ਹੀ ਕਰਦਾ ਹੈ। ਸਾਨੂੰ ਕੋਈ ਚੀਜ਼ ਕੋਈ ਸਾਡੇ ਕੋਲ ਲੈਂਦਾ ਹੈ ਨਾ ਅੱਲਾ ਕੋਈ ਚੀਜ਼, ਤੇ ਉਹ ਬਿਹਤਰੀ ਵਾਸਤੇ ਉਹ ਚੀਜ਼ ਲਈ ਜਾਂਦੀ ਹੈ ਤੇ ਉਹਦੇ ਪਿੱਛੇ ਅੱਲਾ ਸੋਨੇ ਦੀਆਂ ਹਿਕਮਤਾਂ ਹੁੰਦੀਆਂ ਨੇ। ਨਹੀਂ ਇੱਕ ਮਸ਼ਵਰਾ ਹੈ ਐਵੇਂ ਬੈਠਿਆਂ ਮੇਰੇ ਦਿਨ ਚ ਗੱਲ ਆਈ ਹੈ ਸ਼ਾਹ ਜੀ, ਹਫਤੇ ਦੇ ਵਿੱਚ ਇੱਕ ਦਿਨ ਜਿਹੜਾ ਵੇ ਨਾ ਉਹ ਰੱਖੀਏ ਜਿਹੜਾ ਨਾ YouTube ਦੇ ਉੱਤੇ ਜਿਹੜਾ ਵੇ ਨਾ ਰੱਖੀਏ ਜਿਹੜਾ ਨਾ ਆਪਣਾ। ਹਾਂਜੀ YouTube ਯਾਰ ਜ਼ਰੂਰੀ ਹੈ ਯਾਰ ਸੱਜਣ ਜੀ। ਬੜੀ ਕੰਪਲੇਨਾਂ ਆਈਆਂ ਤੇ ਬੜੇ ਮੈਸੇਜ ਆ ਰਹੇ ਨੇ ਕਿ YouTube ਤੇ ਲਾਈਵ ਲਾਜ਼ਮੀ ਕਰੋ ਜੀ, ਤੇ ਉਹਦੀ ਕੋਈ ਕਰਨੀ ਹੈ ਯਾਰ, ਪਲਾਨ ਕਰਨਾ ਹੈ ਉਹ ਜ਼ਰੂਰ। ਹਫਤੇ ਦੀ ਰਾਤ, ਜੁਮੇ ਦੀ ਰਾਤ ਤੇ ਹਫਤੇ ਦੀ ਰਾਤ, 2 ਦਿਨ ਜਿਹੜਾ ਵੇ ਨਾ ਉਹ ਬਰਾਡ ਜਿਹੜੀ ਹੈ ਨਾ ਉਹ ਕਰੀਏ ਜਿਹੜਾ ਵੇ ਨਾ ਉਹਦੇ ਤੇ YouTube ਤੇ ਹਾਂਜੀ, ਰਾਤੀ 9 ਵਜੇ ਤੋਂ ਬੰਦਾ ਕੰਮ ਸਟਾਰਟ ਕਰ ਲਵੇ ਤੇ ਸਵੇਰ ਫਜਰ ਤੱਕ ਜਿਹੜਾ ਨਾ ਕੰਮ ਜਾਰੀ ਰਵੇ ਇਨਸ਼ਾਅੱਲਾ ਜੀ। ਕਰਨੇ ਆ ਜੀ, ਤੇ ਉਹ ਨਾ ਮਸ਼ਾਰਤੀ ਪੈਨਲ 'ਚ ਮਸ਼ਵਰਾ ਕਰ ਲੈਨੇ ਆ। ਹਾਂਜੀ, ਤੇ ਉਹ ਐਕਟਿਵ ਕਰਨੇ ਆ ਉਹਨੂੰ ਹੀ ਨਾਲੇ ਜਿਹੜਾ ਵੇ ਨਾ ਟਿਕਟਾਕ ਤੇ ਵੀ ਲਾਈਵ ਕਰ ਦਿੱਤਾ ਜਾਏ। ਕੀ ਖਿਆਲ ਹੈ ਜੀ? ਇਸ ਤਰ੍ਹਾਂ ਹੀ ਇੱਥੇ ਵੀ ਤਸ਼ਹੀਰ ਹੋ ਜਾਏਗੀ ਤੇ ਇਹ ਵੀ ਉਹਦਾ ਇੱਕ ਜਿਹੜਾ ਐਲਾਨ ਹੈ ਨਾ ਉਹਦਾ, ਉਹ ਸ਼ਾਹ ਜੀ ਪਹਿਲੇ ਹੀ ਬਣਾ ਕੇ ਨਾ ਤੇ ਗਰੁੱਪਾਂ ਦੇ ਵਿੱਚ ਪਹਿਲੇ ਹੀ ਵਾਇਰਲ ਕਰ ਦਿੱਤਾ ਜਾਏ, ਤੇ ਉਹ ਮੌਜੂ ਜਿਹੜਾ ਰੱਖਣਾ ਹੈ ਨਾ ਉਸ ਦਿਨ, ਉਹ ਮੌਜੂ ਵੀ ਉਹਦੇ ਤੇ ਪਹਿਲੇ ਲਿਖਿਆ ਹੋਏ। ਜੀ ਇਨਸ਼ਾਅੱਲਾ ਕਰਨੇ ਆ ਇਹਦੇ ਉੱਤੇ। ਅੱਛਾ, ਸਫੀਰ ਕਿੰਗ ਭਾਈ ਬੈਠੇ ਨੇ, अस्सलाम वालेकुम जी। ਬੰਦੇ ਬਸ ਬਹਿ ਜਾਂਦੇ ਨੇ ਸਾਡੇ ਤੇ ਸੁਣ ਮੁੰਨ ਚੁੱਪ ਚਾਪ। ਨਹੀਂ ਅੱਗੇ ਸਫੀਰ ਭਾਈ ਬੋਲ ਰਹੇ ਸਨ ਤੇ ਹੁਣ ਟਾਈਮ ਜ਼ਿਆਦਾ ਹੋ ਗਿਆ, ਹੋ ਸਕਦਾ ਨਮਾਜ਼ ਪੜ੍ਹਨ ਚਲੇ ਗਏ ਹੁਣ, ਕਿਉਂਕਿ ਉੱਥੇ ਵੀ ਟਾਈਮ ਤੁਹਾਨੂੰ ਪਤਾ ਉੱਥੇ 4 ਦਾ ਟਾਈਮ ਹੋ ਗਿਆ। ਹਾਂਜੀ ਹੋ ਗਿਆ ਤੇ ਹੋ ਸਕਦਾ ਨਮਾਜ਼ ਪੜ੍ਹਨ ਚਲੇ ਗਏ ਹੁਣ। ਜੀ। ਅੱਛਾ, ਥੱਲੇ ਇੱਕ ਆਏ ਨੇ ਗੁਲਾਬ ਜਾਮੁਨ ਹੈ ਅਹਿਮਦੀ ਨੇ, ਲੇਕਿਨ ਹੁਣ ਕਾਲ ਦੇ ਉੱਤੇ ਇਹਨਾਂ ਨੂੰ ਕੋਈ ਬੰਦਾ ਚੁੱਕੇ ਤੇ ਫੇਰ ਹੀ ਆਵੇ। ਗੁਲਾਬ ਜਾਮਨ ਸਾਹਿਬ ਗੁਲਾਬੇ ਜਾਮਨ, ਮਿਰਜ਼ਾ ਕਾਦੀਆਨੀ ਵੀ ਕਹਿੰਦਾ ਹੁੰਦਾ ਸੀ ਮੈਂ ਗੁਲਾਬ ਜਾਮਨ। ਇਹ ਕੀ ਚੱਕਰ ਹੈ? ਇਹ ਗੁਲਾਬ ਆਹੋ ਯਕੀਨ ਮੰਨੋ ਵੀ ਕਹਿੰਦਾ ਸੀ ਗੁਲਾਬ ਜਾਮਨ।
ਸ਼ਾਹ ਜੀ ਉਹਦੀ ਕੋਈ ਤਸਵੀਰ ਉਹਦੀ ਸਾਹਮਣੇ ਆਉਂਦੀ ਹੈ ਨਾ, ਜਿਹਦੀ ਹੈ ਅਸਲ ਤਸਵੀਰ ਜਿਹੜੀ ਉਹਦੀ ਬਗੈਰ ਐਡਿਟ ਹੋਈ ਦੀ, ਤੇ ਉਹ ਦੇਖ ਕੇ ਯਕੀਨ ਕਰਿਓ ਇੰਜ ਕਰੀਚ ਆਉਂਦੀ ਅੱਲਾ ਦੀ ਕਸਮ ਹੈ। ਹਾਂ ਹਾਂਜੀ ਉਸ ਥੱਲੇ ਬਹਿ ਕੇ ਸੁਣ ਰਹੇ ਨੇ 10-15 ਲੋਕ, ਲੇਕਿਨ ਇਹ ਵੇ ਕਿ ਕਾਲ ਦੇ ਉੱਤੇ ਕੋਈ ਨਹੀਂ ਆਉਂਦਾ ਹੈ। ਚਲੋ ਕਾਲ ਤੇ ਕੋਈ ਇੱਕ ਅੱਧਾ ਬੰਦਾ ਆਉਂਦਾ ਰਵੇ ਨਾ, ਤੇ ਬੰਦੇ ਦਾ ਜ਼ਰਾ ਹੋਇਆ ਕਿ ਗਰੁੱਪ ਦਾ ਜਿਹੜਾ ਨਾ ਉਹ ਇੱਕ ਜਿਹੜਾ ਨਾ ਇੱਕ ਰਿਦਮ ਬਣਿਆ ਰਹਿੰਦਾ ਵੇ। ਯਾਰ ਆਸਫ ਉਸਮਾਨ ਦੇ ਨਾਲ ਤੇ ਨਹੀਂ ਰਾਬਤਾ ਹੋਇਆ? ਗੱਲ ਤਾਂ ਸੁਣਨਾ, ਨਹੀਂ ਉਸਮਾਨ ਨਾਲ ਕੋਈ ਨਹੀਂ ਰਾਬਤਾ ਹੋਇਆ, ਤੇ ਉਹਨੇ ਪਤਾ ਨਹੀਂ ਵਾਪਸ ਜਾਣਾ ਸੀ, ਤੇ ਉਹ ਪਤਾ ਨਹੀਂ ਕੀ ਮਾਮਲਾ ਹੈ। ਅੱਛਾ ਗੱਲ ਸੁਣ, ਇਹ ਜਿਹੜਾ ਸਾਊਂਡ ਕਾਰਡ ਹੈ ਸਿਸਟਮ ਦੇ ਨਾਲ ਸੈੱਟ ਕਰਨਾ ਹੁੰਦਾ ਹੀ? ਸ਼ਾਹ ਜੀ ਮੈਨੂੰ ਜਿੱਥੇ ਤੱਕ ਮੇਰਾ ਨੌਲੇਜ ਹੈ ਨਾ, ਸਿੰਪਲ ਜਿਹੜਾ ਨੌਲੇਜ ਹੈ ਮੇਰਾ, ਮੈਂ ਤਾਂ ਵੈਸੇ ਇਸਤੇਮਾਲ ਨਹੀਂ ਕਦੀ ਕੀਤਾ, ਤੇ ਉਹ ਇਹੀ ਹੈਗਾ ਵੇ ਕਿ ਉਹਦਾ ਜਿਹੜਾ ਫਰੰਟ ਦੇ ਉੱਤੇ ਜਿਹੜਾ USB ਦੀਆਂ ਲੱਗੀਆਂ ਹੁੰਦੀਆਂ ਨੇ ਨਹੀਂ ਯਾਰ ਨਹੀਂ ਨਾ, ਉਹ ਚੱਕਦਾ ਹੀ ਨਹੀਂ ਪਿਆ, ਪਤਾ ਨਹੀਂ ਕੀ ਮਸਲਾ ਹੀ। ਉਹਦੇ ਨਾਲ ਅਸਦ ਦੇ ਨਾਲ ਵੀ ਨਹੀਂ ਸ਼ਾਹ ਜੀ ਰਾਬਤਾ ਹੋਇਆ, ਅਸਦ ਡੀਜੇ ਦੇ ਨਾਲ? ਹਾਂਜੀ ਨਾ ਜੀ ਨਾ। ਅੱਛਾ ਗੱਲ ਸੁਣੀ ਇੱਕ ਮਿੰਟ, ਜੀ ਸ਼ਾਹ ਮੈਂ ਜ਼ਰਾ ਆਨ ਕਰਨਾ ਵਾ, ਇੱਕ ਵਾਰੀ ਫੇਰ ਟਰਾਈ ਕਰਨੇ। ਜੀ ਸ਼ਾਹ ਜੀ ਅਸਦ ਅਗਰ ਲਾਈਵ ਹੈ ਨਾ ਤੇ ਉਹਨੂੰ ਜ਼ਰਾ ਸ਼ੇਅਰ ਕਰਾਓ, ਹੋ ਸਕਦਾ ਉਹ ਆ ਹੀ ਜਾਏ। ਆ ਰਹੀ? ਨਹੀਂ ਸ਼ਾਹ ਜੀ ਅਜੇ ਤਾਂ ਨਹੀਂ ਆਈ ਆਵਾਜ਼। ਹੈਲੋ ਹੈਲੋ, ਤੁਹਾਡੀ ਆ ਰਹੀ ਆਵਾਜ਼? ਨਹੀਂ ਮੇਰੀ ਆਵਾਜ਼ ਤੁਹਾਡੀ ਆ ਰਹੀ, ਹਾਂਜੀ ਮੇਰੀ ਤੇ ਆਵਾਜ਼ ਆ ਰਹੀ ਹੈ ਨਾ? ਹਾਂਜੀ ਹਾਂਜੀ। ਅੱਛਾ ਮੇਰੀ ਆਵਾਜ਼ ਆ ਰਹੀ, ਇੱਕ ਮਿੰਟ ਰੁਕੋ ਜ਼ਰਾ। ਕਰਨਾ ਹੈ ਵੇ, ਠੀਕ ਹੈ। ਹੈਲੋ ਸ਼ਾਹ ਜੀ ਆਵਾਜ਼ ਸ਼ੋਰ ਆਉਣ ਲੱਗ ਪਿਆ, ਤੁਹਾਡੀ ਹੀ ਆਵਾਜ਼ ਆ ਰਹੀ ਹੈ, ਉਹਦੀ ਨਹੀਂ ਆ ਰਹੀ ਆਵਾਜ਼, ਉਹਦੀ ਸਿਸਟਮ ਦੀ ਆਵਾਜ਼ ਨਹੀਂ ਆ ਰਹੀ, ਤੁਹਾਡੀ ਆਵਾਜ਼ ਆ ਰਹੀ ਹੈ। ਹੈਲੋ, ਅੱਛਾ ਸ਼ੋਰ ਘਟਿਆ ਕਿ ਨਹੀਂ? ਸ਼ੋਰ ਪਹਿਲੇ ਸ਼ੋਰ ਜਿਹੜਾ ਜ਼ਿਆਦਾ ਸੀ, ਹੁਣ ਥੋੜਾ ਜਿਹਾ ਘਟਿਆ ਵੇ। ਵੀਡੀਓ ਨਹੀਂ ਵੀਡੀਓ ਦੀ ਬਿਲਕੁਲ ਨਹੀਂ ਆਈ ਆਵਾਜ਼, ਨਹੀਂ ਉਹਦੀ ਬਿਲਕੁਲ ਨਹੀਂ ਆਈ। ਹਾਲਾਂਕਿ ਸ਼ਾਹ ਜੀ ਜਿਹੜਾ ਇਹਦੇ 'ਚ ਹੁੰਦਾ ਹੈ ਨਾ ਇਨਪੁੱਟ ਜਿਹੜਾ ਹੁੰਦਾ ਵਾ, ਉਹਦੇ ਵਿੱਚ ਤੁਸੀਂ ਜਿੱਥੇ ਸਿਸਟਮ ਦੇ ਵਿੱਚ ਹੈੱਡਫੋਨ ਲੱਗਦਾ ਨਾ, ਉੱਥੇ ਸਿੰਪਲੀ ਤਾਰ ਲਾ ਦੇਣੀ ਹੁੰਦੀ ਹੈ, ਉਹਦੀ ਤਾਰ ਅੱਗੂ ਜਾ ਕੇ ਨਾ। ਨਹੀਂ ਯਾਰ ਚੁੱਕਦਾ ਹੀ ਨਹੀਂ ਪਿਆ, ਇਹਦਾ ਕੀ ਹੱਲ ਕੱਢਾਂ ਮੈਨੂੰ? ਸ਼ਾਹ ਜੀ ਤੁਸੀਂ ਔਕਸ 'ਚ ਲਗਾ ਕੇ ਵੀ ਦੇਖ ਲਈਏ, ਤੇ ਜਿੱਥੇ ਹੈੱਡਫੋਨ ਬਣਿਆ ਦਾ ਉੱਥੇ ਵੀ ਲਗਾ ਕੇ ਦੇਖ ਲਈ, ਦੋਵੇਂ ਜਗ੍ਹਾ ਤੇ ਲਗਾ ਕੇ ਦੇਖ ਲਈ। ਸਭ ਜਗ੍ਹਾ ਦੇ ਉੱਤੇ ਨਾ ਮੈਂ ਕਰਕੇ ਵੇਖ ਚੁੱਕਿਆ, ਸਾਰੇ ਤਜਰਬੇ ਇੱਧਰ ਉੱਧਰ। ਓਏ ਹੋਏ ਹੋਏ, ਇਹਦਾ ਕੋਈ ਐਕਸਪਰਟ ਹੋਏ। ਅੱਛਾ ਜੀ ਜਿਹੜਾ ਪਹਿਲਾਂ ਤੁਹਾਡਾ ਸਿਸਟਮ ਸੀ ਉਹਦੇ 'ਚ ਤੇ ਚੱਲਦਾ ਸੀ, ਮੈਂ ਤੁਹਾਡਾ ਜਿਹੜਾ ਲੈਪਟਾਪ ਹੈ ਉਹ ਤੇ ਲੈਪਟਾਪ ਦੇ ਵਿੱਚ ਤੇ ਚੱਲਦੀ ਏ, ਲੇਕਿਨ ਤੁਹਾਨੂੰ ਦੱਸਿਆ ਨਾ ਇੱਥੇ ਨਹੀਂ ਹੈ ਚੱਕਦੀ ਪਈ, ਸਿਸਟਮ 'ਚ ਨਹੀਂ ਚੁੱਕਦੀ ਪਈ। ਹਾਂਜੀ ਸ਼ਾਹ ਜੀ ਫਿਰ ਜਿਹੜਾ ਸਾਊਂਡ ਕਾਰਡ ਤੁਹਾਡੇ ਕੋਲ ਦੂਜਾ ਛੋਟਾ ਸਾਊਂਡ ਕਾਰਡ ਨਹੀਂ ਜਿਹੜਾ, ਉਹ ਲਗਾ ਕੇ ਉਹਦੇ 'ਚੋਂ ਲੈ ਕੇ ਤਾਰ ਲਾ ਕੇ ਦੇਖ ਲਓ। ਹਾਂ ਜਿਹੜਾ ਤੁਹਾਡੇ ਕੋਲ ਛੋਟਾ ਸਾਊਂਡ ਕਾਰਡ ਨਹੀਂ, ਨਿੱਕਾ ਸਾਊਂਡ ਕਾਰਡ ਜਿਹੜਾ ਉਹ ਚਿੱਟੇ ਰੰਗ ਦਾ ਤੁਸੀਂ ਜਿਹੜਾ ਤੁਸੀਂ ਛੋਟਾ ਚਿੱਟੇ ਰੰਗ ਦਾ ਇੱਕ ਸਾਊਂਡ ਕਾਰਡ ਨਹੀਂ ਉਹ ਵਹਾਂਦੇ ਪਏ ਮੈਨੂੰ ਐਕਸਟਰਨਲ ਕੱਲ, ਉਹ ਸਾਊਂਡ ਕਾਰਡ ਨਹੀਂ, ਉਹ ਤੇ ਐਕਸਟੈਂਸ਼ਨ ਹੈ। ਨਹੀਂ ਉਹ ਵੀ ਸਾਊਂਡ ਕਾਰਡ ਹੈ ਸ਼ਾਹ ਜੀ, ਉਹਨੂੰ ਵੀ ਸਾਊਂਡ ਕਾਰਡ ਕਹਿੰਦੇ ਨੇ, ਉਹ ਐਕਸਟਰਨਲ ਸਾਊਂਡ ਕਾਰਡ ਹੈ ਉਹ। ਹਾਂਜੀ ਹਾਂਜੀ USB ਐਕਸਟਰਨਲ ਸਾਊਂਡ ਕਾਰਡ ਉਹਨੂੰ ਕਹਿੰਦੇ ਨੇ। ਅਗਰ ਕਿਸੇ ਸਿਸਟਮ ਦਾ ਸਾਊਂਡ ਕਾਰਡ ਖਰਾਬ ਹੋ ਜਾਏ ਨਾ, ਤੇ ਉਹ ਫਿਰ ਉਹ ਵਕਤੀ ਤੌਰ ਤੇ ਉਹ ਲਾ ਕੇ ਤੇ ਉਹਦੇ ਨਾਲ ਕੰਮ ਚੱਲ ਜਾਂਦਾ ਉਹਦੇ ਨਾਲ। ਸਹੀ ਸਹੀ ਸਹੀ। ਤੇ ਉਹ ਮੈਂ ਕਹਿੰਦਾ ਉਹ ਲਗਾ ਕੇ ਦੇਖ ਲਓ, ਸ਼ਾਇਦ ਹੋ ਸਕਦਾ ਉਹਦੇ ਜ਼ਰੀਏ ਆਵਾਜ਼ ਜਿਹੜਾ ਨਾ ਉਹ ਆ ਜਾਵੇ। ਆਵਾਜ਼ ਆ ਰਹੀ ਨਹੀਂ? ਅੱਛਾ ਸ਼ਾਹ ਜੀ ਮੈਨੂੰ ਇੱਕ ਹੋਰ ਗੱਲ ਯਾਦ ਆ ਗਈ, ਉਹ ਮੈਂ ਜਿਹੜੀ ਤੁਹਾਨੂੰ ਉਹ ਯੂ ਭੇਜਿਆ ਸੀ ਤੁਹਾਨੂੰ ਮੈਂ ਤਸਵੀਰ, ਉਹ ਯੂ ਨਹੀਂ ਤੁਸੀਂ ਪਤਾ ਕਰਾਇਆ? ਉਹ ਨਹੀਂ ਪਤਾ ਕਰਾਇਆ? ਉਹ ਨਹੀਂ ਯਾਰ, ਮੈਂ ਅਸਲ ਦੇ ਵਿੱਚ ਢਿੱਲਾ ਬੜਾ ਵਾਂ, ਤੇ ਜ਼ਿਆ ਆ ਗਏ? ਜੀ ਸਰ ਜੀ। ਕਿੱਥੇ ਟੁਰ ਗਿਆ ਸੀ?
ਇੱਥੇ ਸਰ ਜੀ, ਮੈਂ ਕਿੱਥੇ ਜਾਣਾ? ਸੁੱਤਿਆ ਤੂੰ ਸੌਂ ਗਿਆ ਲੱਗਦਾ ਹੈ। ਉਹ ਨਹੀਂ ਸਰ ਜੀ, ਇੱਥੇ ਸੀ, ਸੌਂ ਕਿਉਂ ਜਾਣਾ? ਇਹ ਥੱਲੇ ਆਇਆ ਹੀ ਗੁਲਾਬੋ, ਉਹਨੂੰ ਚੁੱਕੀ ਗੁਲਾਬ ਮੇਰਾ ਜਾਮਨ? ਆਹੋ ਇਹ ਗੁਲਾਬ ਜਾਮਨ ਨਹੀਂ ਆ ਸਕਦਾ ਜੀ ਉੱਤੇ। ਅੱਛਾ ਜੀ, ਆਹੋ, ਇਹਦਾ ਫਾਲੋਅਰ ਨਹੀਂ ਆਇਆ ਹਲੇ। ਸਹੀ ਹੈ, ਥੱਲੇ ਬਹਿ ਕੇ ਟਿਪ ਹੀ ਬਸ ਕਰਦੇ ਨੇ, ਮਿਹਨਤ ਮਜ਼ਦੂਰੀ। ਅੱਛਾ ਭਾਈ, ਬਾਜ਼ ਔਕਾਤ ਜਿਹੜਾ ਨਾ ਯੂਜ਼ਰ ਨਾਮ ਹੀ ਹੋਣ ਨਾ, ਤੇ ਉਹ ਕਾਲ ਤੇ ਤੁਸੀਂ ਚੁੱਕ ਸਕਦੇ ਹੋ। ਮੇਰੀ ਹੁਣ ਦੂਸਰੀ ਆਈਡੀ ਮੈਂ ਨਵੀਂ ਬਣਾਈ ਏ, ਉਹਦੇ ਤੇ ਹਲੇ ਮੇਰਾ 150 ਫਾਲੋਅਰ ਵੀ ਨਹੀਂ ਹੈਗਾ, ਤੇ ਉਹ ਮੈਂ ਆਪਣੀ ਬਰਾਡ ਵੀ ਸ਼ੁਰੂ ਕਰ ਲਈ ਉਹਦੇ ਨਾਲ। ਮੈਂ ਬਾਜ਼ ਔਕਾਤ ਜਿਹੜਾ ਨਾ ਉਹ ਜ਼ਰੂਰੀ ਅੱਛਾ ਯਾਰ, ਮੇਰੀ ਆਈਡੀ ਨੂੰ ਫਾਲੋ ਕਰ ਲਓ ਬਾਈ, ਜਿੰਨੇ ਦੋਸਤ ਬੈਠੇ ਹੋ ਬਾਈ। ਇਹ ਨਵੀਂ ਆਈਡੀ ਜੇ ਸ਼ਾਇਦ ਜੀ ਤੁਸੀਂ ਨਾਲ ਟਰਾਈ ਕਰਦੇ ਰਹੀਓ। ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਨਾ ਫਾਲੋਅਰ 1000 ਹੋਏ। ਅੱਛਾ, ਹਾਂਜੀ, ਬਸ ਪਤਾ ਨਹੀਂ ਯਾਰ ਕੀ ਹੈ, ਹਜੇ ਤੱਕ ਤੇ ਲਾਈਵ ਆਪਸ਼ਨ ਨਹੀਂ, ਹਜੇ ਤੱਕ ਤੇ ਕੈਮਰੇ ਤੱਕ ਦੀ ਆਪਸ਼ਨ ਓਪਨ ਨਹੀਂ ਹੋ ਰਹੀ। ਵੇਖ ਨਾ, ਕੈਮਰਾ ਮੈਂ ਆਨ ਕਰਨਾ ਤੇ ਨਹੀਂ ਹੋ ਰਿਹਾ। ਸ਼ਾਇਦ ਜੀ ਹੋ ਜਾਏਗਾ। ਉਹ ਜਿਹੜਾ ਨਾਲ ਤੁਸੀਂ ਵੀਡੀਓਜ਼ ਵੀ ਚੜਾਈ ਜਾਓ ਤੇ ਲਾਈਕਸ ਆਈ ਜਾਣਗੇ ਨਾ, ਤੇ ਮੇਰਾ ਖਿਆਲ ਹੈ ਕਿ ਤੁਹਾਡਾ ਕੋਈ 2000 ਲਾਈਕ ਹੋ ਜਾਏਗਾ ਨਾ ਜਦੋਂ ਮੁਕੰਮਲ 2000, ਤੇ ਉਹ ਮੇਰੇ ਖਿਆਲ ਦੇ ਨਾਲ ਤੁਹਾਡਾ ਕੈਮਰਾ ਓਪਨ ਹੋ ਜਾਏਗਾ। ਅੱਛਾ, ਸਹੀ, ਚਲੋ ਠੀਕ ਹੈ, ਫਿਰ ਲੱਗੇ ਹੀ ਆ, ਪੋਲੇ ਲੱਗੇ ਰਹਿੰਦੇ। ਉਹ ਸਮਝ ਨਹੀਂ ਆਈ ਉਹ ਅੱਗੇ, ਉਹ ਸਾਡਾ ਭਰਾ ਆਮਰ ਜਿਹੜਾ ਸੀ ਆਵਾਨ, ਉਹ ਕਹਿੰਦਾ ਸੀ ਭਾਵੇਂ ਅੱਧੇ ਘੰਟੇ 'ਚ ਹੋ ਜਾਂਦਾ, ਤੁਹਾਡੀ ਆਈਡੀ ਹੋ ਜਾਂਦੀ ਹੈ, ਤੇ ਉਹ ਕੋਈ ਵੀ ਨਹੀਂ ਹੋਈ ਆਈਡੀ ਤੁਹਾਡੀ। ਉਹ ਬਸ ਜੀ ਹੈ। ਸ਼ਾਹ ਜੀ ਤੁਸੀਂ ਵੀ ਜਿਹੜਾ ਨਾ, ਜਿਹੜੇ ਆਪਣੇ ਸਾਥੀ ਨੇ ਨਾ, ਜਿਹੜੇ ਆਪਣੇ ਪੱਕੇ ਜਿਹੜੇ ਫਾਲੋਅਰ ਨੇ ਨਾ, ਉਹਨਾਂ ਨੂੰ ਵੀ ਫਾਲੋ ਕਰੋ। ਤੁਹਾਡੇ ਤੇ ਫਾਲੋਅਰ ਮੈਂ ਵੇਖੇ ਨੇ, ਤੁਸੀਂ ਸਿਰਫ 60 ਬੰਦਿਆਂ ਨੂੰ ਫਾਲੋ ਕੀਤਾ ਦਾ। ਹਾਂਜੀ, ਨਹੀਂ ਤੁਸੀਂ ਸ਼ਾਹ ਜੀ ਨਾਲ ਫਾਲੋ ਕਰੀ ਜਾਓ। ਆਪਣੇ ਜਿਹੜੇ ਸਾਥੀ ਨੇ ਨਾ, ਜਿਹੜੇ ਤੁਹਾਡੇ ਯਾਨੀ ਕਿ ਸਾਡੇ ਆਪਣੇ ਜਿਹੜੇ ਪੱਕੇ ਜਿਹੜੇ ਬੰਦੇ ਨੇ ਨਾ, ਉਹਨਾਂ ਨੂੰ ਫਾਲੋ ਕਰੀ ਜਾਓ ਨਾਲ। ਹਾਂਜੀ, ਉਹ ਤੇ ਮੈਂ ਨਾ ਇੱਥੇ ਚੈੱਕ ਕਰਦਾ ਰਹਿੰਦਾ ਵਾਂ, ਤੇ ਜਿਹੜਾ ਮੇਰੇ ਢਾਏ ਚੜਦਾ ਤੇ ਉਹਨੂੰ ਫਿਰ ਮੈਂ ਫਾਲੋ ਕਰ ਲੈਣਾ। ਸਹੀ ਹੋ ਗਿਆ। ਅੱਛਾ ਜੀ, ਅੱਜ ਜਿਹੜਾ ਨਾ ਤੁਸੀਂ ਕਿਸੇ ਦੀ ਜ਼ਿੰਮੇਵਾਰੀ ਲਾਓ, ਕਿਸੇ ਸ਼ਾਗਿਰਦ ਦੀ ਨਾ, ਉਹਨੂੰ ਤਸਵੀਰ ਫਾਰਵਰਡ ਕਰੋ, ਤੇ ਉਹ ਤੁਹਾਨੂੰ ਮਾਰਕੀਟ ਦੇ ਵਿੱਚੋਂ ਨਾ ਇਹ ਲਿਆ ਦੇਵੇ। ਤੁਹਾਨੂੰ ਜਿੱਥੋਂ ਇਹ ਮਿਲਦੇ ਨੇ ਨਾ, ਮਸਜਿਦਾਂ ਦੇ ਸਪੀਕਰ ਵਗੈਰਾ ਮਿਲਦੇ ਨੇ, ਜਾਂ ਆਡੀਓਨਿਕ ਵਗੈਰਾ ਦੇ ਸਪੀਕਰ ਵੇਚਦੇ ਨੇ ਜਿਹੜੇ, ਉਹਨਾਂ ਦੇ ਕੋਲੋਂ ਤੁਹਾਨੂੰ ਮਿਲ ਜਾਏਗਾ 100-200 ਰੁਪਏ ਦਾ, ਜ਼ਿਆਦਾ ਤੋਂ ਜ਼ਿਆਦਾ ਇਹਨਾਂ ਦੀ ਹੋਣਾ 100-200 ਦਾ ਹੋਣਾ। ਠੀਕ ਹੈ, ਇਨਸ਼ਾਅੱਲਾ ਤਾਲਾ ਫਿਰ ਤੁਹਾਡਾ ਚੱਲ ਜਾਏਗਾ। ਵਾਲੇਕੁਮ अस्सलाम वरहमतुल्लाहि वबरकातुहू। ਜੀ ਰਾਓ ਸਾਹਿਬ, ਕੀ ਹਾਲ ਹੈ ਜੀ? अल्हम्दुलिल्लाह सर, थोड़ी दुआवां खैरियत है? बहुत ही खैरियत है। माशा, अल्लाह खैर फरमाए। आमीन। अच्छा, स्पीकर मरजई साहब आए ने, थल्ले बैठे ने। स्पीकर साहब आओ ना, कोई तबलीग करो यार भी सानू। ਚੱਕੋ ਯਾਰ ਇਹਨਾਂ ਨੂੰ, ਕਾਲ ਤੇ ਚੱਕੋ ਯਾਰ, ਕੋਈ ਬੰਦਾ ਤੇ ਲੱਭੇ ਯਾਰ, ਕੋਈ ਗੱਲਬਾਤ ਕਰਨ ਵਾਲਾ। ਜੇ ਗੱਲਬਾਤ ਨਹੀਂ ਜੇ ਕਰਨੀ, ਕੋਈ ਗਾਲਾਂ ਸ਼ਾਲਾਂ ਹੀ ਸੁਣਾਓ। ਆਓ ਤੇ ਸਹੀ ਕੋਈ ਸਾਹਮਣੇ। ਆਓ, ਦੋ ਹੀ ਕੰਮ ਨੇ ਤੁਹਾਡੇ ਕੋਲ, ਤੀਜਾ ਤੇ ਕੰਮ ਕੋਈ ਨਹੀਂ, ਜਾਂ ਗਾਲਾਂ ਤੇ ਜਾਂ ਗੱਪਾਂ। ਅੱਛਾ ਸ਼ਾਹ ਜੀ, ਸੀਕਰ ਸਾਹਿਬ ਨੇ ਤੇ ਜਿਹੜਾ ਵੀ ਉਹ ਬਰਾਤ ਦਾ ਐਲਾਨ ਕਰ ਦਿੱਤਾ ਵਾ, ਕਹਿੰਦੇ ਨੇ ਜੀ ਮੈਂ ਮਿਰਜ਼ਾ ਦਾ ਕੋਈ ਸਟੂਡੈਂਟ ਨਹੀਂ ਹੈਗਾ। ਉਹ ਮੈਂ ਸੁਣਦਾ ਸਾਂ ਪਿਆ। ਉਹ ਮੈਂ ਤੇ ਪਹਿਲੇ ਹੀ ਅਰਜ਼ ਕੀਤਾ ਸੀ, ਇੱਕ ਵਕਤ ਆਉਣ ਵਾਲਾ ਵੇ, ਜਿਵੇਂ ਕਾਦੀਆਨੀਆਂ ਨੇ ਐਲਾਨ ਕਰ ਦਿੱਤਾ ਨਾ, ਕੋਈ ਨਹੀਂ ਬਾਈ ਮਿਰਜ਼ੇ ਦੀ ਕੋਈ ਕਿਤਾਬ ਨਹੀਂ, ਤੇ ਕੋਈ ਅਸੀਂ ਨਾਮ ਹੀ ਨਹੀਂ ਲੈਣਾ ਮਿਰਜ਼ੇ ਦਾ। ਉਹ ਮੈਂ ਕਿਹਾ ਮਰਜ਼ਈਓ, ਤੁਸਾਂ ਵੀ ਇੱਕ ਦਿਨ ਆਣਾ ਹੈ, ਤੁਸਾਂ ਕਹਿਣਾ ਸਾਡਾ ਕੋਈ ਤਲਕ ਵਾਸਤਾ ਹੀ ਕੋਈ ਨਹੀਂ ਉਹਦੇ ਨਾਲ। ਉਹ ਵਕਤ ਆ ਚੁੱਕੇ ਹੈ। यानी करतूत नहीं छड़नी, करतूत वो ही रखनी है। सारे दोस्त जो नीचे नए आए हैं ना, शाह साहब की ये नई आईडी है, इसको लाजमी फॉलो कर लें। जो भी दोस्त नए आ रहे हैं ना, शाह साहब की इस आईडी को फॉलो लाजमी कर लें। हज़रत शाह साहब बड़ी तबलीग हुई है मिर्ज़े कादियानी दी। वो तो हुंदी रहंदी है जनाब। इन्होंने जिहड़ी अज हुई है वो बहुती हो गई है। ईमानदारी की गल है, इस टाइम मिर्ज़ा
ਕਾਦੀਆਨੀ ਜਿਹੜੇ ਨੇ ਨਾ ਉਹਨਾਂ ਦੀ ਜਿਸ ਕਦਰ ਖਾਤਰ ਤੋਂ ਅੱਜ ਇਸ ਟਾਈਮ YouTube ਤੇ Facebook ਤੇ TikTok ਦੇ ਉੱਤੇ ਜਾਂ ਦੂਸਰੇ ਪਲੇਟਫਾਰਮਾਂ 'ਤੇ ਹੋ ਰਹੀ ਹੈ ਨਾ, ਉਹ ਮੇਰੇ ਖਿਆਲ ਦੇ ਨਾਲ ਘੱਟ ਹੀ ਕਿਧਰੇ ਹੋਈ ਹੋਣੀ। ਉਹ ਅੱਲਾ ਨੇ ਐਸਾ ਮਾਹੌਲ ਬਣਾ ਦਿੱਤਾ ਕਿ ਚੌਵਾਂ ਪਾਸਿਓਂ ਛਿੱਤਰ ਪੈ ਰਹੇ ਨੇ ਅੱਲਾ ਦੀ ਮਿਹਰਬਾਨੀ ਦੇ ਨਾਲ। ਇਹ ਵੀ ਸਾਡਾ ਪ੍ਰੋਫੈਸਰ ਅਲੀ ਦਾ ਮਲੰਗ, ਇਹ ਵੀ ਸਹੀ ਕੰਮ ਚੁੱਕ ਕੇ ਰੱਖਦਾ ਜਿਹੜਾ ਨਾ। ਜੀ ਜੀ ਤੇ ਉਹ ਹਵਾਲੇ ਸ਼ਵਾਲੇ ਦੋ ਲਾਏ ਤੇ ਤਲਤ ਜਿਹੜਾ ਨਾ ਉਹਨੂੰ ਸ਼ਾਰਪ ਸ਼ੂਟਰ ਨੂੰ ਜਨਾਬ ਕੁੱਤੀ ਦਾ ਬੱਚਾ ਤੇ ਇਹ ਕਹਿ ਕੇ ਨਾ ਸ਼ੁਰੂ ਹੋ ਗਿਆ। ਫਿਰ ਉੱਤੋਂ ਚੰਦ ਵੀ ਆ ਗਿਆ। ਫਿਰ ਜਿਹੜਾ ਮੁਫਤੀ ਸਾਹਿਬ ਜਿਹੜਾ ਚੰਨ ਚੜਿਆ ਹੈ ਨਾ ਉਹ ਫਿਰ ਚੰਨ ਹੀ ਚੜਿਆ। ਹੈਂ ਕੋਈ ਸੁਣਾਓ ਨਾ, ਕੀ ਬਣਿਆ ਤੇ ਕੀ ਹੋਇਆ? ਉਹ ਬਸ ਉਹਨੇ ਉਹ ਜੀ ਸ਼ੂਟਰ ਜੀ ਸਾਹਿਬ ਨੂੰ ਥੋੜਾ ਗਾਲਾਂ ਜਿਹਾ ਕੱਢੀਆਂ, ਹਬੀਬ ਰਹਿਮਾਨ ਨੂੰ ਵੀ ਗਾਲ ਕੱਢੀਆਂ ਦੋ ਤਿੰਨ ਨਾ। ਚੱਲੇ ਤੁਮਨੇ? ਅੱਛਾ ਸ਼ਾਹ ਜੀ, ਤਲਤ ਦਾ ਅੱਜ ਮੈਂ ਥੋੜਾ ਜਿਹਾ ਇੰਟਰਵਿਊ ਲਿਆ ਵੇ ਤੇ ਤਲਤ ਕਹਿੰਦਾ ਮੇਰੇ ਅਸੀਂ ਕਹਿੰਦਾ 8 ਕਿ 9 ਭਰਾ ਵਾਂ ਤੇ ਕਹਿੰਦਾ ਉਹਨਾਂ ਚੋਂ ਸਿਰਫ ਮੈਂ ਇਕੱਲਾ ਹੀ ਜਿਹੜਾ ਨਾ ਕਹਿੰਦਾ ਭੈਣਾਂ ਭਰਾਵਾਂ ਚੋਂ ਇਕੱਲਾ ਹੀ ਮੈਂ ਮਰਦਾਈ ਹੋਇਆ ਵਾਂ। ਤਕਰੀਬਨ ਮੈਨੂੰ ਕੋਈ 17-18 ਸਾਲ ਹੋ ਗਏ ਨੇ ਮਰਦਾਈ ਹੋਇਆ। ਜ਼ਬਰਦਸਤ, ਠੀਕ ਹੋ ਗਿਆ। ਮੈਨੂੰ ਤੇ ਪੁੱਛਿਆ ਸੀ ਇੱਕ ਦਿਨ ਮੈਂ ਕਿਹਾ ਕਿਹੜੀ ਐਸੀ ਚੀਜ਼ ਤੈਨੂੰ ਪਸੰਦ ਆਈ? ਯਾਰ ਵਾਈਸ ਡਬਲ ਹੋਣੀ ਸ਼ੁਰੂ ਹੋਈ ਤੇ ਮੈਂ ਕਿਹਾ ਉਹ ਸਾਨੂੰ ਵੀ ਤੇ ਦੱਸ ਨਾ ਯਾਰ ਕੋਈ, ਕਿ ਤੈਨੂੰ ਬੜੀ ਅੱਛੀ ਲੱਗੀ ਤੇ ਤੂੰ ਕਾਦੀਆਨੀਅਤ ਨੂੰ ਕਬੂਲ ਕਰ ਲਿਆ। ਤੇ ਉਹ ਜਿਹੜੀ ਅੱਛੀ ਚੀਜ਼ ਲੱਗੀ ਸੀ ਉਹ ਸਨ ਗੱਪਾਂ, ਕਦੀ ਇੱਧਰ ਦੀ ਛੱਡ ਰਿਹਾ ਕਦੀ ਉੱਧਰ ਦੀ ਛੱਡ ਰਿਹਾ। ਮੈਂ ਕਿ ਯਾਰ ਅੱਲਾ ਦੇ ਬੰਦਿਆ ਕੋਈ ਗੱਲ ਹੁੰਦੀ ਹੈ, ਕੋਈ ਕੀ ਤੈਨੂੰ ਸਮਝ ਆਏ? ਉਹ ਵਿਚਾਰੇ ਦੀਆਂ ਤੇ ਹੋਵੇ ਨਾ ਹੋਵੇ ਮੇਰੇ ਖਿਆਲ ਦੇ ਨਾਲ ਜਿਹੜਾ ਨਾ ਕੋਈ ਲਜਨਾ ਦਾ ਚੱਕਰ ਹੈ ਜਿੱਥੇ ਤੱਕ ਮੇਰਾ ਦਿਮਾਗ ਕੰਮ ਕਰਦਾ ਹੈ। ਵਰਨਾ ਸ਼ਾਹ ਜੀ ਆਪਣੇ ਮਾਂ-ਬਾਪ ਨੂੰ ਭੈਣਾਂ ਭਰਾਵਾਂ ਨੂੰ ਕੌਣ ਛੱਡ ਦੇਵੇ? ਉਹ ਵੀ ਹੈ ਟੱਟੀ ਮੂਤਰ ਇਨ ਸ਼ਲਵਾਰ ਵਾਸਤੇ ਤੇ ਕੋਈ ਨਹੀਂ ਛੱਡਦਾ ਆਪਣੇ ਘਰਦਿਆਂ ਨੂੰ। ਉਹ ਨਹੀਂ, ਇਹ ਗੱਪ ਮਾਰਦਾ, ਜੇ ਤੁਸੀਂ ਯਕੀਨ ਕਰ ਲਿਆ ਕਰਮਾ ਲਿਓ ਕੀ ਹੋ ਗਿਆ। ਉਹ ਗੱਪ ਮਾਰਦਾ ਹੈ ਕਿ ਜਿਹੜਾ ਮੈਂ ਪਹਿਲੇ ਸੁੰਨੀ ਸਾਂ ਤੇ ਪਤਾ ਨਹੀਂ ਕੀ ਸਾਂ ਤੇ ਬਾਅਦ ਚ ਮੈਂ ਕਾਦੀਆਨੀਅਤ ਕਬੂਲ ਕੀਤੀ। ਉਹ ਗੱਪ ਮਾਰਦਾ, ਉਹ ਪਦੈਸ਼ੀ ਕਾਦੀਆਨੀ ਹੈ। ਬਿਲਕੁਲ ਸਹੀ। ਉਹ ਜੀ ਕਾਸ਼ਫ ਭਾਈ ਨੇ ਥੋੜਾ ਜਿਹਾ ਦਾਣਾ ਜਿਹਨੂੰ ਤਲਤ ਸਾਹਿਬ ਨੂੰ ਪਾਇਆ ਹੈ। ਕਾਸ਼ਫ ਭਾਈ ਹੈ ਸ਼ਰਾਰਤੀ ਮੌਲਵੀ ਨੇ ਜਿਹੜਾ ਨਾ ਕਾਸ਼ਫ ਭਾਈ। ਅੱਛਾ ਮਿਰਜ਼ਾ ਕਾਦੀਆਨੀ ਨਾ ਟੁੰਡਾ ਸਾਜੇ, ਸੱਜਾ ਹੱਥ ਉਹਦਾ ਕੰਮ ਨਹੀਂ ਸੀ ਕਰਦਾ। ਸ਼ਾਹ ਜੀ ਉਹ ਹਵਾਲਾ ਪੁੱਛਿਆ ਨਾ ਉਹਨੇ, ਸਾਡਾ ਭਰਾ ਹੈ ਨਾ ਅਸਦ, ਉਹਨੇ ਕਹਿੰਦਾ ਮੇਰਾ ਹਲੇ ਅਹਿਮਦ ਭੱਟੀ ਦੀ ਬਰਾੜ ਦੇ ਉੱਤੇ ਨਾ ਕਹਿੰਦਾ ਕਿਤਾਬਾਂ ਮਿਰਜ਼ਾ ਸਾਹਿਬ ਨੇ ਲਿਖੀਆਂ ਨੇ। ਕਹਿੰਦਾ ਮਿਰਜ਼ਾ ਸਾਹਿਬ ਨੇ ਲਿਖੀਆਂ ਨੇ, ਕਹਿੰਦਾ ਉਹਦੇ ਟੁੰਡਾ ਸੀ ਉਹਨੇ ਕਿੰਝ ਲਿਖੀਆਂ ਨੇ। ਚੁੱਕੇ ਥੱਲੇ ਮਾਰੇ। ਆਹੋ ਇਹ ਵੀ ਇੱਕ ਸਵਾਲ ਹੈ ਨਾ, ਇਹਨਾਂ ਕੋ ਪੁੱਛੋ ਕਿ ਮਿਰਜ਼ਾ ਕਾਦੀਆਨੀ ਜਿਹੜੀਆਂ ਕਿਤਾਬਾਂ ਲਿਖਦਾ ਹੁੰਦਾ ਸੀ ਉਹ ਸੱਜੇ ਹੱਥ ਨਾਲ ਲਿਖਦਾ ਸੀ ਕਿ ਖੱਬੇ ਨਾਲ? ਇਹ ਕੋਈ ਦੱਸ ਗਿਆ ਕਾਦੀਆਨੀ ਤੇ ਮੈਨੂੰ ਫੜ ਲਿਆ ਜੀ। ਸ਼ਾਹ ਜੀ ਖੱਬਾ ਹੱਥ ਦਾ ਫਾਰਿਗ ਹੀ ਨਹੀਂ ਸੀ ਹੁੰਦਾ, ਹਰ ਟਾਈਮ ਤੇ ਟੱਟੀ ਸਾਫ ਕਰਦਾ ਰਹਿੰਦਾ ਸੀ ਤੇ ਲਿਖ ਲੱਗੇ। लो जी फिर सुनो, फिर जिक्र खबीस दा सफ़ा नंबर 41, तर्जुमा कुरान शरीफ। एक अहमदी किसी कस्बा की मस्जिद में कुरान शरीफ का तर्जुमा पढ़ाया करता था। उन्होंने अर्ज की कि हजूर मैं कौन सा उर्दू तर्जुमा पढ़ाया करूं? फरमाया जहां मसीह नासरी का जिक्र है वहां वफात के माना मौत के पढ़ा दिया करो। इसका ख्याल खास रखो
اور ترجمہ جیسا تمہاری مرضی سمجھ میں آئے ویسا پڑھا دیا کرو. بس ایک چیز کا خیال رکھنا ہے کہ جتھے جتھے حضرت عیسیٰ علیہ السلام کا ذکر آیا نا تے او دا ترجمہ آرام نال تو کر دے کہ وہ فوت ہو گئے تے بقایا جو تیری من پسند نہ کری جا نپ کے رکھ تینوں کو پوچھنے والا کون. علی دا ملنگ بیٹھے نے. السلام علیکم. جی وعلیکم السلام شاہ جی، کیا حال ہے؟ ٹھیک ہے جی شکر ہے اللہ کا. شاہ جی، معذرت چاہوں گا، ذرا شور ہے، جاب پہ ہوں میں، سن رہا ہوں آپ کو. ٹھیک ہو گیا. اچھا شاہ جی، یہ جو انہوں نے تراجم جو قرآن پاک کے انہوں نے کیے ہیں، کبھی اس چیز کے اوپر تحقیق کسی بھائی نے کی ہے کہ انہوں نے وہ ترجمہ کسی سے چوری کیا ہو یا کوئی اس طرح کا کوئی معاملہ؟ کیونکہ خود تو یہ مجھے نہیں لگتا کہ اس قابل یہ ہوں کہ یہ ترجمہ کر سکیں اپنے پاس سے. چوری ہر چیز دی چوری نا. مرزا قادیانی نے جڑی عربی کتاباں لکھیاں نے نا، ایک کتاب ہے، او دا نام ہے مرزا قادیانی کی عربی دانی. بڑی زبردست، او علماء نو اصل چ سمجھ آنی، عام بندے نہیں سمجھ آنی. او دے چ اس بندے نے نا مرزے دیاں کتاباں دی ایک ایک عبارت نا او کوئی کتبی چ لکھی ہے تے کوئی جناب سبا ملکات چوری کیتیاں سوں، کوئی جناب انج کر کے وڈیاں وڈیاں کتاباں سن جیڑیاں انہاں چوں عبارتاں چوری کر کر کے تے او لکھدا رہیا ہی. او بندے نے نا بڑا کام کیتا. انہیں کہا دیکھو پورا پورا جملہ ہی نا انہیں چوری کیتا اج تے انہوں نے وہی بنا دیتا جی. اے تے وہی نازل ہوئی ہے میں انج دا سی ہے چور. اچھا شاہ جی، یہ کتاب PDF میں اویلیبل ہے؟ یہ جو مرزا، اس کا نام ہے مرزا قادیانی کی عربی دانی. عربی دا ہاں جی، نیٹ تے ویکھو، شاید میرے کو لائبریری تے موجود ہے تے نیٹ تے بھی ہونی چاہیے. اچھا شاہ جی، اس نے ضیاء رسول بھائی مینوں ایک کتاب دا حوالہ دے سن جہڑی کتاب غالباً 18 جلداں دے وچ لکھی گئی ہے مرزا دے رد دے وچ، تے او میرا نا نام بھول گیا جڑا نا اس کتاب دا جڑا نا پتہ نہیں کیڑی کتاب دا. ضیاء بھائی چلو آندے نے تے انہاں نوں پوچھ لینا، میں بھول گیا نام اصل چ، اس دے نوٹ نہیں کیتا ہے میں نام. السلام علیکم. جی وعلیکم السلام. اچھا بابا جی حضور ایک سوال سے جی سوال یہ ہے کہ زنا نے جڑی اسانا اسلام نے جڑی سزا ہے، جس طرح اس کی گناہ کبیرہ دسیا گیا ہے کہ بھائی اس نے کوئی معافی تلافی نہیں ہونی، تے مرزا سینئر جڑا ہے او تے یعنی زنا کروانا سیا، تے اے لوگ کیسے لوگ ہوں جڑے اس تے ایمان پہ آنے تے اس کی نبی بڑھا کے پیش پہ کرنے تے ایتھے جناب کو سوشل میڈیا تے جناب پتہ نہیں کڑیاں کڑیاں گلاں انہاں کی اس چیز تے بارے چ خیال نہیں جلنا کہ بھئی قرآن جڑا ہے وہ زنا نے بارے چ کے پہ دسنا ہے تے مرزا خود زنا کروانا سیا. اوئے او کیڑی کیڑی گل دا تھانوں دسیے کی کریے. ہاں جی کوئی ایک کم اس دا بندے دے پتراں والا ہے تے پھر بھی ہے نا جی، زانی او سی، شرابی او سی، فیمی او سی، جو کت خانہ دی پوری زندگی چ رہیا ہے. ہیں اچھا جی ایلو سنو پھر ذکر خبیث صفحہ 41 دے اتے جناب غالباً 1894 کے قریب 2 عرب شامی جو علوم عربیہ کے ماہر اور فاضل تھے قادیان آئے. وہ ایک عرصہ تک مسیح موعود کی خدمت میں رہ کر داخل بیعت ہوئے. ہر 2 کا نام محمد سعید تھا اور طرابلس علاقہ شام کے رہنے والے تھے. ان میں سے ایک صاحب شاعر بھی تھے اور مالیر کوٹلہ میں ایک ہندوستانی لڑکی کے ساتھ حضرت نواب محمد علی صاحب نے ان کی شادی کرا دی تھی. انہوں نے کئی ایک مضامین عربی زبان میں
हजरत साहब की ताईद में शाया की है। बसब्बे खुद शायर होने के हजरत मसीह मऊद के अशार की अल्लाह पैमाने पर होने के वो बहुत मद्दाह थे। वो कहा करते थे कि हजरत मसीह मऊद का ये शेर जो कि मोहम्मद हुसैन बटालवी के लिए लिखा है, वो शेर ये है कि अजीब तूली शैखिन फिल बतालाती मुफसिदिन अदल्ला कसीरन बिशरूरी व बअदा। जब मैं पढ़ता हूं तो मुझे ख्वाहिश होती है कि काश मेरे सारे शेर हजरत साहब के होते, मगर ये एक शेर मेरा होता। ये अरब साहिब अपनी बीवी को साथ लेकर अपने वतन चले गए थे और इस तरह सिलसिला हक्का अहमदिया की तबलीग करते रहे और वहां से वापस आकर अपनी बीवी को मालीर कोटला में छोड़कर कश्मीर के रास्ते से रूस की सरहद में दाखिल हो गए थे। फिर पता नहीं लगा कि इनका क्या हाल है। अच्छा जी, ਯਾਨੀ ਸ਼ਾਇਦ ਜੀ ਉਹ ਫਰਜ਼ੀ ਇੱਕ ਕਰੈਕਟਰ ਘੜਿਆ ਤੇ ਬਾਅਦ ਚ ਉਹਨੂੰ ਗਾਇਬ ਵੀ ਆਪੀ ਕਰ ਦਿੱਤਾ। हाँ हाँ, तुसी रोला समझो ना। रोला ए वे के ਜਦੋਂ ਇਹ ਤੁਹਾਨੂੰ ਸਾਰੀ ਕਹਾਣੀ ਮਿਲ ਜਾਏਗੀ 1857 ਬਰਤਾਨਵੀ ਮਜ਼ਾਲਮ ਕੀ ਕਹਾਣੀ ਜਿਹੜੀ ਕਿਤਾਬ ਹੈ ਨਾ, ਉਹਦੇ ਵਿੱਚ ਤੁਹਾਨੂੰ ਸਾਰੀ ਉਹ ਸਟੋਰੀ ਮਿਲ ਜਾਏਗੀ। ਠੀਕ ਹੈ ਨਾ ਜੀ। ਤੇ ਉਹ ਕਿਤਾਬ ਲਿਖੀ ਇਹ ਅਬਦੁਲ ਹਕੀਮ ਸ਼ਾਹਜਹਾਂਪੁਰੀ ਤੇ ਉਹਨਾਂ ਨੇ ਉਹ ਰਾਈਟਰ ਨੇ। ਅੱਛਾ ਜੀ, ਤੇ ਉਹਦੇ ਵਿੱਚ ਇਹਨਾਂ ਨੇ ਸਾਰਾ ਲਿਖਿਆ ਕਿ ਜਦੋਂ ਇਹ ਬਰਤਾਨੀਆ ਨੇ ਆਪਣਾ ਨੌ ਆਬਾਦਿਆਤੀ ਮਨਸੂਬਾ ਤਸ਼ਕੀਲ ਦਿੱਤਾ ਸੀ ਨਾ, ਉਦੋਂ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਆਪਣੇ ਜਸੂਸ ਫੈਲਾਏ ਸਨ। ਤੇ ਲਾਂਸ ਆਫ ਰੈਬੀਆ, ਮਿਸਟਰ ਹੈਂਫਰ, ਬਹਾਉਲਾ ਇਰਾਨੀ, ਮਿਰਜ਼ਾ ਕਾਦੀਆਨੀ, ਇਹ ਸਾਰੇ ਜਿਹੜੇ ਨੇ ਉਸ ਮਨਸੂਬੇ ਦੇ ਕਰੈਕਟਰ ਸਨ। ਤੇ ਜਦੋਂ ਇਹਨਾਂ ਨੇ ਇਹ ਆਪਣੇ ਜਸੂਸ ਪੂਰੀ ਦੁਨੀਆ 'ਚ ਫੈਲਾਏ ਸਨ ਤੇ ਨਾਲ ਉਹ ਕੁਝ ਆਪਣੇ ਮਜ਼ੀਦ ਉਹਨਾਂ ਦੀ ਹੈਲਪ ਵਾਸਤੇ ਬੰਦੇ ਵੀ ਦਿੰਦੇ ਹੁੰਦੇ ਸਨ। ਯਾਨੀ ਅਗਰ ਲਾਂਸ ਆਫ ਰੈਬੀਆ ਨੂੰ ਇਹਨਾਂ ਨੇ ਅਰਬ ਦੀ ਸਰਜ਼ਮੀਨ ਤੇ ਉਤਾਰਿਆ ਸੀ ਨਾ, ਤੇ ਉਹ ਕੱਲਾ ਨਹੀਂ ਸੀ ਹੈ, ਉਹਦੇ ਇਰਦ ਗਿਰਦ ਕੋਈ 150 200 ਬੰਦਾ ਮਜ਼ੀਦ ਸੀ ਕਿ ਜਿਹੜਾ ਲੋਕਾਂ ਦੀਆਂ ਨਜ਼ਰਾਂ ਤੋਂ ਛੁਪਿਆ ਰਹੇ। ਇੰਝ ਹੀ ਹਰ ਜਸੂਸ ਦੇ ਨਾਲ ਉਹਨਾਂ ਨੇ ਕੀਤਾ। ਇਬਤਦਾ ਤੇ ਕੋਈ 100 200 ਬੰਦਾ ਦਿੰਦੇ ਨੇ ਉਹ ਕਿ ਜਿਹੜੇ ਉਹਦੇ ਕੰਮ ਦੀ ਮੁਆਮਨਤ ਕਰਦੇ ਨੇ। ਤੇ ਇਹ ਜਿਹੜਾ ਹੈ ਨਾ, ਇਹ ਉਹਨਾਂ ਜਸੂਸਾਂ ਦੇ ਵਿੱਚੋਂ ਹੀ ਇਹ ਜਸੂਸਾਂ ਦੇ ਤਜ਼ਕਰੇ ਨੇ। ਸਮਝ ਆਈ ਕਿ ਨਹੀਂ? ਤੇ ਵੇਖੋ ਇਹਨਾਂ ਦੇ ਕੰਮ ਵੇਖ ਲਓ। ਅੱਗੇ ਕੀ ਹੈ ਜਨਾਬ, ਸਫਾ 43 ਦੇ ਉੱਤੇ अंग्रेजी पढ़ने का ख्याल। एक दफा हजरत मसीह मऊद को यह ख्याल हुआ कि आप अंग्रेजी जुबान सीखें। अंग्रेजी हरूफ को आप पहचानते थे। मजीद तलीम के वास्ते आपने ये तजवीज़ की कि इंजील मती की इबारत अंग्रेजी को उर्दू हरूफ में लिखा जाए। ਵੇਖਦੇ ਹੋ ਪਏ, ਯਾਨੀ ਅੰਗਰੇਜ਼ੀ ਨੂੰ ਉਰਦੂ ਹਰੂਫ, ਉਹ ਜਿਵੇਂ ਆਈ ਲਵ ਯੂ ਹੁੰਦਾ ਹੈ, ਅਲਿਫ ਮੱਦੇ ਆ ਤੇ ਹਮਜ਼ਾ ਛੋਟੀ ਏ ਈ ਆਈ ਤੇ ਲਾਮ ਵਾ ਲੂ ਲਵ ਤੇ ਇਹ ਵਾ ਯੂ ਯੂ, ਯਾਨੀ ਅਰਬੀ ਇੰਗਲਿਸ਼ ਨੂੰ ਉਰਦੂ ਦੇ ਵਿੱਚ ਲਿਖਣਾ। ਤੇ ਇਹ ਜਿਹੜਾ ਹੈ ਨਾ, ਇਹ ਮਿਰਜ਼ਾ ਕਾਦੀਆਨੀ ਲੋਕਾਂ ਕੋਲ ਲਿਖਵਾਉਂਦਾ ਹੁੰਦਾ ਸੀ। ਉਹਦਾ ਸਬੂਤ ਹੈ ਇੱਥੇ ਮੌਜੂਦ ਜੀ। ਉਹਨੇ ਕਿਹਾ ਕਿ ਇੰਗਲਿਸ਼ ਜਿਹੜੀ ਹੈ ਨਾ, ਮੈਨੂੰ ਤੁਸੀਂ ਲਿਖ ਕੇ ਦਿਆ ਕਰੋ ਉਰਦੂ ਦੇ ਵਿੱਚ। ਤੇ ਉਹੋ ਹੀ ਉਰਦੂ ਜਿਹੜੀ ਉਹਨੇ ਸਮਝ ਆਈ ਨਾ, ਉਹਨੇ ਉਹਨੂੰ ਵਹੀ ਬਣਾ ਛੜਿਆ ਕਿ ਮੇਰੀਆਂ ਵਹੀਆਂ ਚ। ਆਸਫ, ਕੋਈ ਗੱਲ ਸਮਝ ਆਈ ਹੈ ਕਿ ਨਹੀਂ ਆਈ?
ਜੀ ਸ਼ਾਹ ਜੀ ਮੈਂ ਸੁਣ ਰਿਹਾ ਜੀ ਸ਼ਾਹ ਜੀ ਆ ਬਸ ਹੱਤਾ ਕਿ ਇਹਨੂੰ ਨਾ ਫਿਰ ਉਹ ਨਹੀਂ ਸੀ ਤਲਫੁਜ਼ ਪੜ੍ਹਨਾ ਨਹੀਂ ਸੀ ਆਂਦਾ ਕਿ ਇਹਨੂੰ ਪੜ੍ਹਨਾ ਕਿੰਜੇ। ਉਹ ਹੁਣ ਇੰਗਲਿਸ਼ ਦੇ ਵਿੱਚ ਯਾਨੀ ਉਰਦੂ ਦੇ ਵਿੱਚ ਇੰਗਲਿਸ਼ ਲਿਖੀ ਤੇ ਹੈ ਸੀ, ਉਹਦੀ ਪ੍ਰੋਨਾਂਸੀਏਸ਼ਨ ਉਹਨੂੰ ਨਹੀਂ ਸੀ ਹੁੰਦੀ ਪਈ ਕਿ ਇਹ ਹੁਣ ਮੈਂ ਕਿੰਜ ਪੜਾਂ। ਫਿਰ ਇਹਨੇ ਕਿਹਾ ਕਿ ਭਾਈ ਇੰਜ ਕਰੋ, ਮੈਨੂੰ ਇਹਦੀ ਤਲਫੁਜ਼ ਵੀ ਜਿਹੜਾ ਨਾ ਉਹ ਵੀ ਦੱਸੋ ਇਰਾਬ ਲਾ ਕੇ। थल्ले या लिखे है कि इनके नीचे खुश्क हरूफ में इनका तलफ़ुज़ और माना लिखा जाता। इंज दा सा जे है इनू ओ उर्दू लिखी भी नहीं सी समझ आनी कि हुणे तां मैं तलफ़ुज़ की करां। जिवें आई लव यू किसी ने लिख चढ़िया है ते ओनू इराब तो बगैर ओनू ये दे उत्ते पेश लानी है कि ज़बर लानी है कि ज़ेर लानी है, ਉਹਨੂੰ ਸਮਝ ਨਹੀਂ ਸੀ ਆਂਦੀ ਕਿ ਇਹਨੂੰ ਮੈਂ ਕੀ ਕੀਤਾ ਜਾਏ। ਤੇ ਇੰਜ ਕਰਕੇ ਉਹ ਉਰਦੂ ਵਾਲੀ ਦੇ ਉੱਤੇ ਵੀ ਇਰਾਬ ਲਾ ਕੇ ਇਹਨੂੰ ਸਮਝਾਇਆ ਜਾਂਦਾ ਸੀ। ਅੱਗੇ ਜਾ ਕੇ ਕੀ ਹੋਇਆ ਜੀ ਕਿ ਇਹਨੂੰ ਨਾ ਉਹ ਵੀ ਨਹੀਂ ਸਮਝ ਆਈ। ਸਫਾ 44 ਤੇ ਲਿਖਿਆ ਹੈ ਕਿ ਫਿਰ ਖੁਦ ਹੀ ਅੰਗਰੇਜ਼ੀ ਪੜ੍ਹਨੇ के इरादा को तरक कर दिया। चलो मुश्किल काम में मुश्किल बड़ा थी। ਡੱਗ ਦਿਮਾਗ ਸੀ ਡੱਗ ਦਿਮਾਗ ਸੀ। ਅੱਛਾ ਜੀ, ਹੁਣ ਸ਼ੌਕ ਪੈ ਗਿਆ ਮਸੀਹ ਸਾਹਿਬ ਨੂੰ ਅਬਰਾਨੀ ਦਾ। सफ़ा 44 ਤੇ ਲਿਖਿਆ जी अबरानी पढ़ने का ख्याल। ऐसा ही एक दफा हजरत साहब ने अबरानी ज़बान के सीखने का भी इरादा किया और हजूर के फरमाने पर मैंने एक अबरानी कायदा उर्दू में लो सुन लो उर्दू में तलीफ करके पेशे नजर किया। यानी यह कंज दा नबी था जे जिन्हों ओदे उम्मती पढ़ांदे ने पे हालात वेंदे हो पे ते कह दे लिख के दे रहे ने कि इंज पढ़ो मरने इंज पढ़ा ही तलीफ करके पेशे नजर किया जिसको हजरत साहब बगाहे फुर्सत के वक्त देखा करते थे, मगर बाद में जल्दी इस ख्याल को भी छोड़ दिया। अबरानी भी छड़ चढ़ी। यार की आइटम सी जो अल्लाह दी कसम लतीफा सी बेदा कादिया मसीम ਸ਼ਾਹ ਜੀ ਸਾਰਾ ਕੁਝ ਆਪਣੀ ਕਿਤਾਬਾਂ 'ਚ ਲਿਖ ਵੀ ਗਏ ਨੇ। ਫਿਰ ਮਜ਼ੇ ਦੀ ਗੱਲ ਹੈ ਵੇ ਕਿ ਉਹ ਲਿੱਤਰ ਤਿਆਰ ਕਰਕੇ ਦੇ ਕੇ ਗਏ ਨੇ ਨਾ, ਇਹਨਾਂ ਨੂੰ ਲਿੱਤਰ ਭੇਜਦੇ ਰਹੋ। ਕਿਉਂ ਜੀ ਰਾਓ ਸਾਹਿਬ ਤੁਸੀਂ ਨਹੀਂ ਕੋਈ ਸੁਣਾਉਂਦੇ? ਫਿਰ ਉਹਨਾਂ ਨੂੰ ਪਤਾ ਸੀ ਸਾਹਿਬ ਨੇ ਆਣਾ, ਇਸ ਵਾਸਤੇ ਲਿਖ ਕੇ ਤੁਹਾਨੂੰ ਦੇ ਕੇ ਗਏ। ਹਾਂ ਸਹੀ ਹੈ। ਕੱਲ 8 ਵਜੇ ਲੰਡਨ ਟਾਈਮ ਦੇ ਮੁਤਾਬਿਕ ਨਾ ਆਪਣਾ ਸ਼ਾਹਿਦ ਸਾਹਿਬ ਦੀ ਬਰਾੜ ਤੇ ਆਣਗੇ ਡਾਕਟਰ ਸਾਹਿਬ। ਕਿਹੜਾ ਡਾਕਟਰ? ਡਾਕਟਰ ਹੋਲੀ ਸਪਿਰਿਟ ਵਾਲੇ ਸਾਹਿਬ। ਅੱਛਾ ਹੋਲੀ ਸਪਿਰਿਟ ਸਾਹਿਬ। ਅੱਛਾ ਉਹਨਾਂ ਨੂੰ ਮੈਂ ਟਾਈਟਲ ਦਿੱਤਾ ਹੈ ਕਿ ਤੁਸੀਂ ਇਹ ਪ੍ਰੂਫ ਕਰਨਾ ਹੈ ਕਿ 1839 ਤੋਂ ਲੈ ਕੇ 1837 ਤੋਂ ਲੈ ਕੇ 1841 ਤੱਕ ਮਿਰਜ਼ਾ ਗੁਲਾਮ ਮੁਰਤਜ਼ਾ ਜਿਹੜਾ ਇਹਦਾ ਪਿਓ ਸੀ ਉਹ ਅਫਗਾਨੀਆਂ ਦੀ ਆਪਣਾ ਅੰਗਰੇਜ਼ਾਂ ਦੀ ਫੌਜ 'ਚ ਸੀ ਤੇ ਉਹ ਅਫਗਾਨਿਸਤਾਨ 'ਚ ਸੀ ਐਜ਼ ਅ ਹਵਲਦਾਰ। ਹਾਂਜੀ ਹਾਂਜੀ। ਤੇ ਪਿੱਛੋਂ ਇਹ ਕਿਵੇਂ ਜੰਮ ਗਿਆ? ਇਹ ਕਿਵੇਂ ਜੰਮ ਗਿਆ? ਬਿਲਕੁਲ ਠੀਕ ਦੱਸੋ ਤੁਸੀਂ ਹਜ਼ਰਤ ਸਾਹਿਬ, ਤੁਸੀਂ ਵੀ ਕੋਈ ਇਹ ਬੜੀ ਯਾਰੀ ਜਨਾਬ ਉਜਾਗਰ ਕੀਤੀ ਏ। ਤੇ ਬਹਰਹਾਲ ਇਹਦੇ ਉੱਤੇ ਨਾ ਅਸੀਂ ਇੱਕ ਮੈਂ ਵੀ ਤਿਆਰੀ ਕਰ ਲੈਣਾ ਵਾ ਤੇ ਉਹ ਹਵਾਲਾ ਜਾਤ ਸਾਰੇ ਇੱਕ ਜਗ੍ਹਾ ਤੇ ਕਰਕੇ ਨਾ ਜੀ। ਨਹੀਂ ਸਰ ਜੀ, ਨਹੀਂ ਇਹਦੇ ਵਿੱਚੋਂ ਮੇਰਾ ਤਾਂ ਖਿਆਲ ਆ ਕੁਛ ਨਹੀਂ ਨਿਕਲਣਾ। ਹੁਣ ਬੀਵੀ ਕੋਈ ਹੈ ਇੱਥੇ ਹੈ, ਉਹਨੂੰ ਬੱਚਾ ਜੰਮਣ ਵਾਸਤੇ ਬੰਦੇ ਦੀ ਜ਼ਰੂਰਤ ਥੋੜੀ ਹੈ। ਹਾਂ ਇਹ ਤੇ ਹੈ ਵੇ, ਇਹ ਤੇ ਹੈ ਭਾਜੀ। ਤੇ ਹਕੀਮ ਨੂਰਉਦੀਨ ਸਾਹਿਬ ਹੈ ਸਨ। ਮਤਲਬ ਕਿ ਜਾਂ ਤਾਂ ਬੰਦਾ ਉੱਥੇ ਨਾ ਕੋਈ ਅਵੇਲੇਬਲ ਹੋਵੇ, ਫਿਰ ਤੁਸੀਂ ਨਹੀਂ ਇਹੋ ਤੇ ਸਾਬਤ ਕਰਨਾ ਨਾ ਯਾਰ, ਇਹੋ ਹੀ ਤੇ ਸਾਬਤ ਕਰਨਾ ਨਾ। ਤੇ ਉਹ ਜਦੋਂ ਇੱਕ ਨਹੀਂ ਸੀ, ਹੋਰ ਬੰਦੇ ਉੱਥੇ ਹੈ ਸੀ ਤੇ ਉਹ ਬੱਚਾ ਜੰਮ ਸਕਦੀ ਸੀ। ਇਹਦੇ ਚ ਤੁਹਾਨੂੰ ਕੀ ਮਸਲਾ? ਆਹੋ ਇਹ ਵੀ ਤੇ ਹੋ ਸਕਦਾ ਹੈ। ਸ਼ਾਹ ਜੀ ਹੋ ਸਕਦਾ ਹੈ ਹਕੀਮ ਨੂਰਾ ਜਿਹੜਾ ਵੀ ਉਹ ਐਨੇ ਵੀ ਇਹ ਵੀ ਤੇ ਹੋ ਸਕਦਾ ਹੈ ਕਿ ਕੀ ਇਹਦਾ ਨਾਮ ਹੈ। ਵੈਸੇ ਵੀ ਨੁਸਰਤ ਜਹਾਂ ਬੇਗਮ ਸਾਹਿਬਾਂ ਨੂੰ ਗਸ਼ਤ ਕਰਨ ਦੀ ਬੜੀ ਆਦਤ ਸੀ। ਉਹ ਸਰ ਜੀ ਨਹੀਂ ਜੀ, ਨਹੀਂ ਉਹ ਸਰ ਜੀ ਨਹੀਂ ਜੀ, ਮਿਰਜ਼ੇ ਖੁਦ ਜੰਮ ਰਿਹਾ ਜੀ, ਉਹਦੇ ਨਿਆਣੇ ਨਹੀਂ ਜੰਮ ਰਹੇ। ਹਾਂ ਅੱਛਾ ਅੱਛਾ, ਇਹ ਵੀ ਸਹੀ ਹੈ। ਬਿਲਕੁਲ ਠੀਕ, ਬਿਲਕੁਲ ਠੀਕ।
ਇਹ ਮਿਰਜ਼ੇ ਆਪ ਦੀ ਕਹਾਣੀ ਚੱਲ ਰਹੀ ਹੈ। ਮੁਰਤਜ਼ਾ ਇਹਦਾ ਪਿਓ ਨਹੀਂ ਸੀ ਹੈ। ਉਹ ਨਹੀਂ ਉਹ ਅੱਛਾ ਉਹਦਾ ਨਾਂ ਸ਼ਾਇਦ ਜੀ ਗੁਲਾਮ ਮੁਰਤਜ਼ਾ ਸੀ ਜਿਹੜਾ ਪਿਓ ਨਹੀਂ, ਸੀ ਇਹਦੇ ਇਹਦਾ। ਬਾਪ ਦਾ ਨਾਮ ਗੁਲਾਮ ਮੁਰਤਜ਼ਾ ਤੇ ਮਾਂ ਦਾ ਨਾਮ ਸੀ ਚਿਰਾਗ ਬੀਬੀ। ਚਿਰਾਗ ਮੇਰੇ ਮੂੰਹ ਚੋਂ ਨਿਕਲ ਆਇਆ ਹੈ, ਇਹ ਨੁਸਰਤ ਜਹਾਂ ਬੇਗਮ। ਉਹ ਘਸੀਟੀ ਜਿਹੜੀ ਆ ਉਹ ਕਿੰਨੇ ਘਸੀਟੀ ਆ ਸ਼ਾਇਦ ਜੀ ਕਿੰਨੇ ਨਾਂ ਕਸੀਟੀ ਐਵੇਂ ਉਹੀ ਤੇ ਤੇ ਨਹੀਂ ਅਸੀਂ ਨਾ ਨਾ ਪਿਆ। ਪੁੱਛ ਲੈਣੇ। ਸ਼ਾਇਦ ਜੀ ਇਹ ਨਾਂ ਜਿਹੜਾ ਘਸੀਟੀ ਨਾਂ ਐਵੇਂ ਤੇ ਨਹੀਂ ਨਾ ਪਿਆ ਹੈ। ਹਾਂਜੀ ਹਾਂਜੀ, ਸਾਰਾ ਜ਼ਮਾਨਾ ਘੱਸੇ ਮਾਰਦਾ ਰਿਹਾ ਤੇ ਘਸੀਟੀ ਜੀ ਹੁੰਦਾ ਸੀ ਉਹ। ਇਹਨਾਂ ਨੇ ਜ਼ਨਾਨੀਆਂ ਆਪੇ ਵੀ ਜੋਸ਼ ਮਾਰ ਕੇ ਬੱਚੇ ਜੰਮਦੀਆਂ ਨਾ ਬਾਜੀ। ਇਹਨਾਂ ਦਾ ਇੱਕ ਹਵਾਲਾ ਵੀ ਆ ਨਾ ਮਿਰਜ਼ੀ ਵੀ ਅੱਜ ਜ਼ਨਾਨੀ ਇਹਨਾਂ ਨੇ ਜੋਸ਼ ਮਾਰਨੀ ਆਪਣੇ ਆਪ ਬੱਚਾ ਜੰਮਿਆ ਜਾਣੇ। ਓਹੋ ਆਹੋ, ਕੁਵਤ ਰਜੂਲੀਅਤ ਤਾਕਤ ਫੜਦੀ ਹੈ ਨਾ, ਜੋਸ਼ ਮਾਰਦੀ ਹੈ। ਅਸਲ 'ਚ ਕੋਈ ਮੁਰਗਾ ਨਹੀਂ ਨਾ ਹੁੰਦਾ ਤੇ ਚੱਸ ਕੋ ਨਹੀਂ ਆਉਂਦੀ, ਐਵੇਂ ਵਿਹਲੇ ਹੀ ਬਹਿ ਬਹਿ ਕੇ ਤੁਰ ਜਾਈਦਾ। ਕੋਈ ਮਰਦਈ ਆਏ, ਕੋਈ ਕਾਦੀਆਨੀ ਆਏ, ਕੋਈ ਤਬਲੀਗ ਕਰਨ ਨੂੰ। ਹੁਣ ਸਪੀਕਰ ਸਾਹਿਬ ਵੀ ਵੇਖ ਲਓ ਤੁਸੀਂ, ਸਪੀਕਰ ਸਾਹਿਬ ਚੰਗੀ ਗੱਲ ਨਹੀਂ ਹੈ। ਸਪੀਕਰ ਸਾਹਿਬ ਇਹ ਚੰਗੀਆਂ ਗੱਲਾਂ ਨਹੀਂ, ਕੋਈ ਤਬਲੀਗ ਨਹੀਂ ਕਰੋਗੇ ਤੇ ਕਿੰਜ ਫਿਰ ਤਬਲੀਗ ਹੋਏਗੀ। अस्सलामु अलैकुम वरहमतुल्लाहि वबरकातुह। जी वालेकुम अस्सलाम। मुफ्ती साहब क्या हुआ था उस दिन, आपने मुझे कॉल से ही उतार दिया था। जी किस दिन जनाब? वो बंदा आया था ना नीचे से, बोल रहा था कि ये माज़अल्लाह मुझ पे उसने तोहमत लगाई, बुख्तान लगाया था कि भाई ये इमाम मेहदी को गाली निकालता है। तो माज़अल्लाह आपको शायद ये नहीं पता हम किसको निकालते हैं, पता क्या है, हम तो भाई शियों के बारे में बोलते थे। अच्छा बात सुने, एक मिनट, बड़ी माजरत, ये हमारी ब्राडें जो भी है ना, ये ब्राड है या जो भी हमारे दोस्तों की या मेरी ब्राड, तो ये मौजू ना मेहरबानी ना छेड़े ना। चलो मैं आपकी ब्राड पे आऊंगा, उधर ही बात कर नहीं, लेंगे। मेरी ब्राड पर भी नहीं ना, मेरी ब्राड पर भी नहीं, क्योंकि हमारा ये मौजू नहीं है, ये मौजू नहीं है। पता क्या मुफ्ती साहब, माजरत, वो बंदे ने आके मुझ पे बुख्तान नहीं, वो लगाया जो था। भी है, वो जो भी है, एक मिनट सुने ना जी, सुने। वो आप जाने तो वो जाने, वो जब किसी दिन ब्राड करें तो उनको उनकी ब्राड के ऊपर आप घेरें तो कोई बात समझ आती है। तो और दूसरी बात यह है कि मुझे पता भी नहीं है कि आप किस दिन की बात करें, और मैंने नहीं निकाला ना आपको। तो ऑपरेशन सेंटर जी हूँ मैं। जी बेहतर हो गया, अच्छी बात। लेकिन ये है कि वैसे भी कोशिश ये करें आप ऑपरेशन सेंटर मोहतरम, बात यह है कि वो जो जिन शख्सियत का आप नाम ले रहे हैं ना, वो हमारे दरमियान जो है वो है, तो वो शख्सियत सादात में सही है ना, ठीक है ना। तो इसलिए कोशिश ये करें कि आप गुस्ताखी से बचें आप, ठीक है ना। उनका जो भी बंदे ने आके मुझ पे बुख्तान लगाया था। नहीं देखे, एक मिनट रुक जाए, फिर मैं कह रहा हूँ कि मौजू को, इस मौजू को छोड़ देना, मेहरबानी, मैं रिक्वेस्ट कर, इस मौजू को छोड़ दे। मौजू बढ़ेगा, आगे बढ़ेगा तो वो काम खराब हो जाएगा ना, इस मौजू को छोड़ दे। हमारा उतरना मौजू के पास। हाँ, तो बात ये है कि हमारा काम तो वो मिर्जा कादियानी और मिर्जा जूनियर जेल में का ऑपरेशन करना है, तो बस इतना ही है। और मैं अपना मौका बहरहाल दे देता हूँ, और ये सारी दुनिया को पता है कि ये मिर्जा कादियानी का ये काम था। वो हज़रत ईसा अलैहिस्सलाम को गालियां निकाला करता था, और आगे से जब उसको पूछा जाता है ना, आज भी कादियानियों को पूछा जाता है, हाँ भाई मिर्जा गालियां देता रहे अल्लाह के सच्चे नबी को, तो वो आगे से पता है क्या कहते, नहीं वो तो हम ईसाइयों के यसू को देते हैं ना गालियां, वो तो हज़रत ईसा को थोड़ी देते हैं। तो भाई इमाम महदी तो मुसलमान शख्सियत है मुसलमानों की, वो चाहे कोई भी किसी का, वो को मामा तो नहीं है इमाम महदी का,
कोई एक फिरका या मकतब फिक्र तो नहीं कोई बन गया ना, इमाम मेहदी तो सबके साझे हैं। तो वो किसी भी रंग के अंदर इमाम महदी की ये बात करना गुस्ताखी के रंग के अंदर, ये तो गुस्ताखी तस्वर होगी ना। मुझे नहीं पता कि आपने क्या कहा क्या नहीं कहा, मुझे वल्ला नहीं पता, लेकिन मैंने अपना मौकफ यहाँ देना मुनासिब समझा है कि क्योंकि आपने ये बात आके छेड़ी। चलो मुफ्ती साहब, थोड़ी सी मैं बात करूंगा, उसके बाद मैं चला जाऊंगा। मैं और ज़्यादा बात नहीं करूंगा। जो इमाम मेहदी जो है रहमतुल्लाह अलैह, जब वो आएंगे वो तो मदीने कराची होंगे। तो आप सल्लल्लाहु अलैहि वसल्लम की हदीस है जो लिखा हुआ हदीस में, तो उनका नाम मोहम्मद होगा। आप सल्लल्लाहु अलैहि वसल्लम फरमाया कि उसका नाम मेरे नाम जैसा होगा, उसका वालिद का नाम मेरे वालिद जैसा होगा, उसकी माँ का नाम मेरी माँ जैसा होगा। तो अभी हम वो शिया था, उसने आके जो मुझ पे तहमत लगाई, उनका तो जो गारे समरा में उसको 12वां बोलते हैं, वो तो अभी 1200 साल से पैदा हो गया है। उसको तो उनका तो ये सैंपल साहब गल सुनो, और इस मौजू ठाटे उस्ताद मोहतरम मेरा ख्याल है उन्होंने नेट नहीं है। सही है। मैं पता क्या हुआ भाई, पता क्या, मैं मिर्ज़े जेलमी और मिर्ज़े कादियानी, हम तो इन दोनों का ऑपरेशन करके रखते हैं ना उधर अपनी ब्राड पे। शाह अब्दुल अजीज साहब उधर होते हैं, बात होती रहती है। लेकिन इस बंदे ने उस दिन एक शिया आया था, उसने ये जो मुझ पे ये बात की थी ना, वो शिया था, उसका हमारे साथ डिबेट हुआ था। तो हमने बोला भाई साबित करो, तो फिर उसकी वजह से वो एक ब्राड पे आया था। चलो मैं उसको शेयर करूँगा, अगर वो हमारी ब्राड पे आ जाए तो ठीक है, क्योंकि हम तो मिर्ज़ा जेलमी को बिल्कुल नहीं छोड़ते। ये मिर्ज़ा जेलमी हो गया, मिर्ज़ा जहनमी हो गया, दोनों ही, एक बड़ा मिर्ज़ा एक छोटा मिर्ज़ा, दोनों ही लानती। दो प्यो पुत्र, ये ऐसा ना मौजू ही दो प्यो पुत्र बस। जी इनको मंजी जितनी ठोक सकने हो ठोक के रखो। जी एक और बात नस्लों ने विच जनाब इन्हां की नस्ल अपनी की चंड के डंडियां नाल उन्हां की समझाना है, तो भाई इन्हां की नहीं छोड़ना दुआ मरने तक। जी बिल्कुल जी ये अपनी किताब में खुद ही लिखता है ना मिर्ज़ा जेलमी, कि जिसने मेरी किताबें नहीं पढ़ी वो क्या बोले यार, मैं वो खुद ही लिखता है ना बातें, ये सब कुछ उसने लिखा हुआ है। कभी वो अपने आप को औरत तस्लीम करता है, कभी क्या अपने आप को तस्लीम कर रहा होता है। तो ये तो बात है ना इसकी। भाई बड़ा शैतान है ना, बड़ा जड़ा ना, उस बड़े शैतान ने अंग्रेज ने गुलामी चो ऐसे काम कीते असल चो धैर्य सिया, उसने कोई दीन मजहब नहीं सिया, मगर हुकूमत बरतानिया ने नोट तक के, पैसा तक के, मालो दौलत और उन्होंने जनाब रंडियां तक के, उन्होंने कुड़ियां तक के